ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਜਿਹੜੀ ਗੱਲ ਤੁਸੀਂ ਕਹੀ ਹੈ ਜੀ, ਅੱਗੇ ਆ ਗਿਆ ਅੰਮ੍ਰਿਤਸਰ ਜਿਹਨੂੰ ਕਹਿੰਦੇ ਰੱਬ ਦਾ ਘਰ, ਅੱਗੇ ਆ ਗਿਆ ਹਰਿਮੰਦਰ ਸਾਹਿਬ, ਮੱਥਾ ਟੇਕਿਆ ਜਾ ਕੇ ਅੰਦਰ, ਅੱਗੇ ਆ ਗਿਆ ਹਾਲ ਬਾਜ਼ਾਰ, ਉੱਥੋਂ ਧੱਕੇ ਖਾਦੇ ਚਾਰ। ਇੱਥੇ ਗੱਲ ਬਿੜਨੇ ਪੈਣੀ। ਬਹੁਤ ਬਹੁਤ ਸਵਾਗਤ ਹੈ ਭੱਟੀ ਸਾਹਿਬ। ਤੇ ਕੱਲੂ ਭਾਊ ਜੀ ਪ੍ਰੋਗਰਾਮ ਕੰਡਕਟ ਕਰਨਗੇ ਜੀ ਤੁਹਾਡੇ ਨਾਲ, ਐਂਡ ਆ ਚੁੱਕੇ ਨੇ ਆਪਣੇ ਸ਼ਹਿਰ ਘਰ ਆ ਚੁੱਕੇ ਨੇ ਜੀ, ਰੈਸਟ ਕਰ ਰਹੇ ਨੇ। ਉਹਨਾਂ ਦਾ ਸਾਨੂੰ ਇੱਕ ਗਿਲਾ ਰਹੇਗਾ, ਸਾਨੂੰ ਉਹ ਮਿਲ ਕੇ ਨਹੀਂ ਗਏ। ਮਿਲ ਕੇ ਨਹੀਂ ਗਏ। ਚਾਰ ਦਿਨ ਵਿਚਾਰੇ ਧੱਕੇ ਖਾਦੇ ਰਹੇ 에ਅਰ ਇੰਡੀਆ ਦੇ ਨਾਲ। 4 ਦਿਨ ਬਾਅਦ ਪਹੁੰਚੇ, 4 ਦਿਨ ਬਾਅਦ। ਤੇ ਕੋਈ ਗੱਲ ਨਹੀਂ ਜੀ, ਮੇਲ ਗੇਲ ਤਾਂ ਇੱਥੋਂ ਹੋ ਜਾਊਗਾ ਜੀ। ਤੁਹਾਡੇ ਨਾਲ ਨੇ ਜੀ, ਉਹ ਕਾਫੀ ਬਿਜ਼ੀ ਸਨ ਆਪਣੇ। ਐਕਚੁਅਲੀ ਉਹ ਮਿੰਟੂ ਜੀ ਨੂੰ ਵੀ ਨਹੀਂ ਮਿਲ ਪਾਏ। ਅਸੀਂ ਅੱਗੇ ਬੁੱਢੇ ਬੰਦੇ, ਬਾਕੀ ਕੇ ਜਵਾਨ ਪੱਤਰਕਾਰ ਬੁੱਢਿਆਂ ਦਾ ਕੀ ਜਾਨ ਲਾ ਦਿਓ ਬੁੱਢੇ ਲੜਨ। ਨਹੀਂ ਦਾਦੀ ਕੋਈ ਗੱਲ ਨਹੀਂ ਜੀ ਭੱਟੀ ਸਾਹਿਬ, ਤੁਹਾਡਾ ਪਿਆਰ ਬਹੁਤ ਹੈ ਜੀ। ਬਿਜ਼ੀ ਕਾਫੀ ਸਨ, ਸ਼ਡਿਊਲ ਕਾਫੀ ਬਿਜ਼ੀ ਸੀ ਉਹਨਾਂ ਦਾ। ਸੋ ਆਓ ਫਿਰ ਪਹਿਲਾਂ ਕਾਲ ਆਈ ਹੈ, ਕਾਲ ਤੋਂ ਹੀ ਸ਼ੁਰੂਆਤ ਕਰਦੇ ਆ ਭੱਟੀ ਸਾਹਿਬ। ਜੋ ਜੀ ਲੈਣੇ ਪਹਿਲੀ ਕਾਲ ਆਉਂਦੀ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਭੱਟੀ ਸਾਹਿਬ ਸਤਿ ਸ੍ਰੀ ਅਕਾਲ ਤੇ ਭਾਜੀ ਤੁਹਾਨੂੰ ਵੀ ਜੀ। ਤੇ ਮੇਰੇ ਕੁਐਸਚਨ ਤੇ 3 ਆ, ਇਹਨਾਂ ਵਿੱਚੋਂ ਪਹਿਲਾ ਕੁਐਸਚਨ ਇਹ ਆ, ਸਾਨੂੰ ਚਾਵਲਾ ਸਾਹਿਬ ਹੁਣੀ ਕਦੋਂ ਵਾਪਸੀ ਕਰ ਰਹੇ ਆ? ਚਾਵਲਾ ਸਾਹਿਬ ਕੱਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਣਗੇ ਜੀ। ਚਲੋ ਠੀਕ ਹੈ, ਥੈਂਕ ਯੂ। ਅੱਛਾ, ਦੂਜੀ ਗੱਲ ਇਹ ਆ ਕਿ ਇੰਡੀਆ ਉੱਦਾਂ ਤਾਂ ਮਤਲਬ ਮੋਦੀ ਸਾਹਿਬ ਕਹਿ ਰਹੇ ਆ ਕਿ ਮੈਂ ਡਿਜੀਟਲ ਇੰਡੀਆ ਬਣਾਉਣਾ, ਡਿਜੀਟਲ ਇੰਡੀਆ। ਕਿ ਇੱਦਾਂ ਦਾ ਡਿਜੀਟਲ ਇੰਡੀਆ ਹੋਊਗਾ ਜਿਹਦੇ ਵਿੱਚ ਆਏ ਦਿਨ ਕੱਟ ਲੱਗ ਰਹੇ ਆ ਬਿਜਲੀ ਦੇ, ਮਤਲਬ ਕਦੀ ਕਿਤੇੋਂ ਕੱਟ ਲੱਗ ਰਹੇ, ਕਿੰਨੇ ਰਾਜ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਆ, ਤੇ ਬਿਜਲੀ ਤਾਂ ਇਹਨਾਂ ਦੇ ਕੋਲੋਂ ਪੈਦਾ ਨਹੀਂ ਕੀਤੀ ਜਾ ਰਹੀ ਕਿ ਮਤਲਬ ਇੱਕ ਇਹਦੇ ਬਾਰੇ ਦੱਸਿਓ। ਤੇ ਦੂਜੀ ਇਹ ਆ, ਕਹਿੰਦੇ ਹੁੰਦੇ ਆ ਕਿ ਜੇਕਰ ਅਸੀਂ ਕਿਸੇ ਦੇ ਮਤਲਬ ਮੋਰੇ ਟੋਆ ਪੁੱਟੀਏ ਤਾਂ ਉਹਦੇ ਵਿੱਚ ਕਿਸੇ ਨਾ ਕਿਸੇ ਦਿਨ ਅਸੀਂ ਵੀ ਡਿੱਗਣਾ ਆ। ਜੋ ਨਵਜੋਤ ਸਿੰਘ ਸਿੱਧੂ ਸਾਹਿਬ ਹੋਣਾ ਨਾਲ ਹੋਈ ਆ ਗੱਲਬਾਤ, ਮਤਲਬ ਜਿੱਦਾਂ ਉਹਨਾਂ ਦੇ ਨਾਲ ਕੀਤੀ ਆ ਕਿ ਪਹਿਲਾਂ ਤਾਂ ਦੂਜੇ ਦੇ ਮੋਰੇ ਟੋਆ ਪੱਟਦੇ ਰਹੇ ਤੇ ਚੱਕ ਕੇ ਹੁਣ ਆਪਣੇ ਮੋਰੇ ਜਿਹੇ ਟੋਆ ਜਿਹੜੇ ਹੁਣ ਕੋਈ ਵੀ ਪੁੱਛਦੇ ਆ, ਆਪਣੇ ਪੱਤਰਕਾਰ ਪੁੱਛਦੇ, ਉਹਨਾਂ ਨੂੰ ਏਦਾਂ ਟੁੱਟ ਕੇ ਪੈਂਦੇ ਕਿ ਜਿੱਦਾਂ ਮਤਲਬ ਉਹ ਕਹਿੰਦਾ ਮੇਰੇ ਨਾਲ ਕੋਈ ਗੱਲ ਹੀ ਨਾ ਕਰੇ। ਇਹਦੇ ਬਾਰੇ ਦੱਸੀ। ਥੈਂਕ ਯੂ ਜੀ ਭੱਟੀ ਸਾਹਿਬ। ਦੇਖੋ ਜੀ, ਪਹਿਲੀ ਗੱਲ ਤੁਸੀਂ ਕੀਤੀ ਹੈ ਡਿਜੀਟਲ ਇੰਡੀਆ ਜੀ। ਡਿਜੀਟਲ ਇੰਡੀਆ ਉਹ ਕਹਿੰਦੇ ਬਣਾਉਣਾ ਜੀ, ਸੁਪਨੇ ਲੈਣ ਦੀ ਕਿਹੜੀ ਗੱਲ ਹੈ ਜੀ। ਕੋਈ ਜਾਬ ਦੇ ਸੁਪਨੇ ਲਵੇ ਤਾਂ ਵੱਖਰੀ ਗੱਲ, ਜੇ ਕੋਈ ਸੁੱਤਿਆਂ ਦੇ ਜਾਂਦਾ ਤੇ ਆਪਾਂ ਉਹਦਾ ਕੀ ਕਰ ਸਕਦੇ। ਹਿੰਦੁਸਤਾਨ ਦੇ ਐਜੂਕੇਸ਼ਨ ਸੰਸਥਾਵਾਂ ਬੰਦ ਹੋ ਰਹੀਆਂ। ਮੈਂ ਇੱਕ ਐਗਜ਼ਾਮਪਲ ਦੇਣ ਲੱਗਾ, ਸਿਰਫ ਪੰਜਾਬ ਯੂਨੀਵਰਸਿਟੀ ਦੇ 270 ਕਾਲਜ ਆਉਂਦੇ ਆ। 100 ਤੋਂ ਵਧੇਰੇ ਕਾਲਜ ਜਿੱਥੇ ਉੱਚ ਸਿੱਖਿਆ ਲੈਣ ਵਾਸਤੇ ਸਿਰਫ ਤੇ ਸਿਰਫ 50% ਵਿਦਿਆਰਥੀ ਰਹਿ ਗਏ। 100 ਤੋਂ ਵੀ ਘੱਟ ਰਹਿ ਗਏ ਉਹਨਾਂ ਦੇ। ਹੁਣ ਦੱਸੋ ਕੀ ਕਰੂਗਾ ਬੰਦਾ ਉੱਥੇ। ਡਿਜੀਟਲ ਇੰਡੀਆ ਤਾਂ ਹੀ ਬਣੂਗਾ ਜੇ ਲੋਕਾਂ ਨੂੰ ਐਜੂਕੇਸ਼ਨ ਹੋਊਗੀ। ਇੱਕ ਸੂਬਾ ਸਾਡਾ ਕੇਰਲਾ ਵਾ ਜਿਹਨੂੰ ਅਸੀਂ ਆਪਣਾ ਮਾਡਲ ਬਣਾ ਸਕਦੇ ਹਾਂ। ਮੋਦੀ ਸਾਹਿਬ ਗੁਜਰਾਤ ਮਾਡਲ ਦੀ ਗੱਲ ਕਰਦੇ, ਕੇਜਰੀ ਸਾਹਿਬ ਦਿੱਲੀ ਮਾਡਲ ਦੀ ਗੱਲ ਕਰਦੇ, ਪੰਜਾਬ ਮਾਡਲ ਦੀ ਗੱਲ ਹੀ ਨਹੀਂ ਕਰਦਾ, ਦੇਸ਼ ਦੇ ਮਾਡਲ ਦੀ ਗੱਲ ਕੋਈ ਨਹੀਂ ਕਰਦਾ। ਇਸ ਕਰਕੇ ਤੁਹਾਨੂੰ ਪਤਾ ਹੋਏਗਾ, ਜਦੋਂ ਜਾਪਾਨ ਦੇ ਇੱਥੇ ਰਾਸ਼ਟਰ ਪ੍ਰਧਾਨ ਮੰਤਰੀ ਆਏ ਸੀਗੇ, ਉਹਨਾਂ ਨੇ ਇੱਕ ਸਾਨੂੰ ਬੁਲੇਟ ਟ੍ਰੇਨ ਦੀ ਗੱਲ ਕੀਤੀ ਸੀ। 25,000 ਕਿੰਨੇ ਡਾਲਰ ਦੇਣੇ ਸੀ ਸਾਨੂੰ, ਉਹਨਾਂ ਨੇ ਕਰਜ਼ਾ ਦੇਣਾ ਸੀ ਕਿ ਬੁਲੇਟ ਟ੍ਰੇਨ ਤੁਸੀਂ ਬਣਾ ਲਓ। ਉਹਨਾਂ ਨੂੰ ਮੋਦੀ ਸਾਹਿਬ ਲੈ ਗਏ ਆਪਣੇ ਵਾਰਾਣਸੀ ਖੜਕੇ ਤੇ 4 ਘੰਟੇ ਆ ਪੂਜਾ ਕਰਦੇ ਤੇ ਵਿਚਾਰਾ ਬੈਠਾ ਰਿਹਾ ਉੱਥੇ। ਤੇ ਉਹਨੇ ਬਾਅਦ ਦੇ ਵਿੱਚ ਕਿਹਾ, ਮੋਦੀ ਸਾਹਿਬ ਤੁਹਾਨੂੰ ਬੁਲੇਟ ਟ੍ਰੇਨ ਦੀ ਲੋੜ ਨਹੀਂ, ਤੁਸੀਂ ਖਰਚਾ ਨਾ ਕਰੋ, ਕਿਉਂਕਿ ਜੇ ਤੁਹਾਡੇ ਕੋਲ ਇੰਨਾ ਖੁੱਲਾ ਟਾਈਮ 4-4 ਘੰਟੇ ਇੱਥੇ ਬਹਿਣ ਵਾਸਤੇ ਹੈਗਾ ਤੇ ਫਿਰ ਬੁਲੇਟ ਟ੍ਰੇਨ ਦੀ ਕਿਤੋਂ ਲੋੜ ਹੈਗੀ ਆ। ਇਸ ਕਰਕੇ ਸੁਪਨੇ ਲੈਣੇ ਤੇ ਲਈ ਜਾਣ, ਕੋਈ ਗੱਲ ਨਹੀਂ। ਡਿਜੀਟਲ ਇੰਡੀਆ ਅਜੇ ਬਹੁਤ ਦੂਰ ਦੀ ਕੋਡੀ ਹੈ। ਦੂਸਰੀ ਚੀਜ਼, ਜਿਹੜੀ ਬਿਜਲੀ ਦੀ ਗੱਲ ਤੁਸੀਂ ਕੀਤੀ ਹੈ, ਬਿਜਲੀ ਇਕੱਲੀ ਇੰਡੀਆ ਨਹੀਂ, ਲੱਗ ਸਾਰੇ ਕੰਟਰੀ ਦੀ ਬਿਜਲੀ ਦਾ ਇਹੀ ਹਾਲ। ਅਜੇ ਵੀ ਬਾਕੀ ਸੂਬਿਆਂ ਨਾਲੋਂ ਬਿਜਲੀ ਜਿਹੜੀ ਆ ਪੰਜਾਬ 'ਚ ਬੈਟਰ ਆ ਬਾਕੀ ਸੂਬਿਆਂ ਨਾਲੋਂ।
ਝਾਰਖੰਡ ਦੀ ਗੱਲ ਕਰ ਲਓ, ਮੈਂ ਤੁਹਾਨੂੰ ਜਿਹੜੇ ਸਾਡਾ ਸ਼ਾਮ ਦਾ ਪ੍ਰੋਗਰਾਮ ਹੋਣਾ ਨਾ ਸਾਡੀ ਸ਼ਾਮ ਦੇ ਸਵੇਰ ਦੀ, ਉਹ ਤੁਹਾਨੂੰ ਮੈਂ ਡਾਟੇ ਦੂੰਗਾ ਕਿਹੜੀ ਸਟੇਟ 'ਚ ਕਿੰਨੇ ਆਈਏ, ਕਿੰਨੇ ਕਿੰਨੇ ਕੱਟ ਲੱਗਦੇ ਉੱਥੇ। ਸਰਕਾਰ ਨੇ ਆਪਣੀਆਂ 253 ਰੇਲ ਗੱਡੀਆਂ ਬੰਦ ਕਰ ਦਿੱਤੀਆਂ ਜਿਹੜੀ ਬਿਜਲੀ ਨਾਲ ਚੱਲਦੀਆਂ। ਬਿਜਲੀ ਪੈਦਾ ਕਰਨ ਵਾਲਾ ਸਾਡਾ ਕੋਈ ਧਿਆਨ ਨਹੀਂ, ਕੋਲਾ ਕੱਢਣ ਵਾਲਾ ਸਾਡਾ ਕੋਈ ਧਿਆਨ ਨਹੀਂ। ਜਿਹੜਾ ਕੋਲਾ ਕੱਢਦੇ ਉਹ ਸੋਫਿਸਟੀਕੇਟ ਨਹੀਂ। ਜਿਹੜੇ ਥਰਮਲ ਪਲਾਂਟ ਉਹ ਕਹਿੰਦੇ ਸਾਫ਼ ਸੁਥਰਾ ਕੋਲ ਚਾਹੀਦਾ, ਜੇ ਉਹਨੂੰ ਸਾਫ਼ ਕਰੀਏ ਤੇ ਸਾਡੇ ਜਿਹੜੇ ਵਿਦੇਸ਼ਾਂ ਤੋਂ ਕੋਲਾ ਮੋੜ ਤੋਂ ਬਹੁਤਾ ਖਰਚ ਉੱਤੇ ਆ ਜਾਂਦਾ। ਸਾਡੇ ਕੋਲ ਕੋਲਾ ਬਹੁਤ ਆ, ਸਭ ਤੋਂ ਵੱਧ ਕੋਲਾ ਇੰਡੀਆ ਕੋਲ ਆ, ਲੇਕਿਨ ਸਾਡੇ ਕੋਲ ਕੱਢਣ ਦੇ ਸਾਧਨ ਨਹੀਂ ਹੈਗੇ, ਪਹੁੰਚਾਉਣ ਦੇ ਸਾਧਨ ਨਹੀਂ ਹੈਗੇ। ਸਾਡੇ ਕੋਲ ਰੈਕ ਘੱਟ ਨੇ ਜੀ। ਜੇ ਰੈਕ ਤੇ ਵੀ ਕਿੰਨੇ ਬਣਾਉਣੇ, ਸਰਕਾਰ ਨੇ ਬਣਾਉਣੇ ਕਿ ਕਿਸੇ ਅੱਗੇ ਵਿਦੇਸ਼ੀ ਨੇ ਬਣਾਉਣੇ ਇੱਥੇ। ਇਸ ਕਰਕੇ ਬਿਜਲੀ ਦਾ ਸੰਕਟ ਬਰਕਰਾਰ ਰਹਿ ਗਿਆ। 1977 ਚ ਭਾਖੜੇ ਗਿਆ ਸੀਗਾ, ਭਾਖੜੇ ਉਹਨਾਂ ਕੋਲ 10 ਜਨਰੇਟਰ ਲੱਗੇ ਸੀ ਬਿਜਲੀ ਪੈਦਾ ਕਰਨ ਵਾਲੇ। ਉਸ ਟਾਈਮ ਤੇ ਜਿਹੜਾ ਉੱਥੇ ਕੰਸਰਨਡ ਸੁਪਰਡੈਂਟ ਸੀ ਉਹਨੇ ਸਾਨੂੰ ਇੱਕ ਦੱਸੀ ਸੀ ਵੀ ਅੱਜ ਦੀ ਡੇਟ ਅਸੀਂ 3 ਚਲਾਉਣੇ ਆ, ਜਦੋਂ ਕਿਤੇ ਪੀਕ ਲੋਡ ਹੋਵੇ ਵੱਧ ਤੋਂ ਵੱਧ 5 ਚੱਲਦੇ ਤੇ ਅੱਜ 10 ਦੇ ਦਾ ਚੱਲਣ ਦੇ ਬਾਵਜੂਦ ਸਾਡੀ ਬਿਜਲੀ ਜਿਹੜੀ ਘੱਟ ਚ ਰਹੀ। ਛੋਟੇ ਛੋਟੇ ਅਸੀਂ ਹਾਈਡਲ ਪ੍ਰੋਜੈਕਟ ਲਾ ਸਕਦੇ ਹਾਂ, ਨਹਿਰਾਂ ਦੇ ਝੀਲਾਂ ਬਣਾ ਕੇ ਛੋਟੀਆਂ ਛੋਟੀਆਂ ਅਸੀਂ ਲਾ ਸਕਦੇ, ਸਭ ਕੁਛ ਕਰ ਸਕਦੇ ਹਾਂ। ਅੰਗਰੇਜ਼ਾਂ ਦੇ ਟਾਈਮ ਦਾ ਤੁਸੀਂ ਅੱਜ ਵੀ ਇੱਕ ਅੰਮ੍ਰਿਤਸਰ ਦੀ ਜਿਹੜੀ ਨਹਿਰ ਆ ਉੱਥੇ ਅੱਜ ਵੀ ਲੱਗਾ, ਤੁਸੀਂ ਜਾ ਕੇ ਦੇਖ ਸਕਦੇ ਹੋ ਪੁਰਾਣਾ ਜਿਹੜਾ ਬੰਦ ਪਿਆ ਇਸ ਵੇਲੇ ਜਿਹੜਾ ਹਾਈਡਲ ਪ੍ਰੋਜੈਕਟ, ਜਿੱਥੋਂ ਬਿਜਲੀ ਪੈਦਾ ਕਰਕੇ ਦਰਬਾਰ ਨੂੰ ਸਿੱਧੀ ਦਿੱਤੀ ਜਾਂਦੀ ਸੀ। ਲੇਕਿਨ ਅਸੀਂ ਉਸ ਪਾਸੇ ਬਿਲਕੁਲ ਸੋਚ ਨਹੀਂ ਰਹੇ, ਥਰਮਲ ਲਾਈ ਜਾਂਦੇ ਆ, ਕੋਲਾ ਮੰਗਾਈ ਜਾਂਦੇ ਆ ਜੀ। ਜਿੰਨੇ ਸਾਡੇ ਕੋਲੇ ਦੀ ਕੀਮਤ ਆ ਜੀ ਉਦੋਂ ਬਹੁਤਾ ਸਾਨੂੰ ਖਰਚਾ ਉਹਦਾ ਭਾਰੀ ਦਾ ਪੈ ਜਾਂਦਾ। ਅਸੀਂ ਕੀ ਕਰਾਂਗੇ, ਬਿਜਲੀ ਦਿੱਕਤ ਰਹਿਣੀ ਰਹੀ, ਬਿਜਲੀ ਦੇ ਬਗੈਰ ਗੱਲ ਚੱਲਣੀ ਨਹੀਂ, ਉਸ ਪਾਸੇ ਦਾ ਧਿਆਨ ਬਿਲਕੁਲ ਨਹੀਂ ਹੈ ਜੀ। ਅਗਲੀ ਗੱਲ ਕੀਤੀ ਸੀ ਨਵਜੋਤ ਸਿੰਘ ਸਿੱਧੂ ਦੀ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਦੂਜਿਆਂ ਵਾਸਤੇ ਟੂਆ ਪੁੱਟੋਗੇ ਤੇ ਆਪਣੇ ਵਾਸਤੇ ਵੀ ਤੁਹਾਨੂੰ ਖਾਈ ਤਿਆਰ ਹੁੰਦੀ। 2019 ਦੇ ਵਿੱਚ ਜਿੱਤੀ ਗੇਮ ਰਾਜਾ ਵੜਿੰਗ ਦੀ ਸਿੱਧੂ ਦੇ ਇੱਕ ਬਿਆਨ ਨੇ ਹਰਾਤੀ। ਜਦੋਂ ਉਹ ਬੋਲ ਰਿਹਾ ਸੀ ਥੱਲੇ ਅਕਾਲੀ ਬੜੇ ਕਮੈਂਟ ਕਰ ਰਹੇ ਸੀ ਸਿੱਧੂ ਬਾਰੇ, ਤੇ ਜਦੋਂ ਉਹਨੇ ਇੱਕ ਲਫ਼ਜ਼ ਕਿਹਾ ਸਿੱਧੂ ਨੇ ਕਿਹਾ ਵੈਲ ਡਨ ਸਿੱਧੂ, ਵੈਲ ਡਨ, ਯੂ ਗੁੱਡ ਜੌਬ। ਇੱਕ ਬਿਆਨ ਦੇ ਛੋਟੀ ਜਿਹੀ ਗਲਤੀ। ਸਿੱਧੂ ਨੇ ਗਲਤੀਆਂ ਬਹੁਤ ਕੀਤੀਆਂ ਨੇ। ਹੁਣ ਵੀ ਉਹਨੇ ਪਹਿਲਾਂ ਵਾਰਨਿੰਗ ਕੀਤੀ ਵੜਿੰਗ ਨੇ ਵੀ ਆਪਾਂ ਮਿਲ ਕੇ ਚੱਲੀਏ। ਜਦੋਂ ਸੰਤ ਭਿੰਡਰਾਂਵਾਲੇ ਦੀ ਤਾਜ ਪੁੱਛੀ ਹੋਈ ਜੀ, ਉਸ ਟਾਈਮ ਤੇ ਬਕਾਇਦਾ ਤੌਰ ਤੇ ਭਾਈ ਅਮਰੀਕ ਸਿੰਘ ਕਹਿੰਦੇ ਸੀ ਫਾਦਰ ਮੇਰਾ ਸੀ, ਸੰਤ ਕਰਤਾਰ ਸਿੰਘ ਹੱਕ ਮੇਰਾ ਬਣਦਾ ਸੀ, ਇਹਨੂੰ ਕਿਉਂ ਮਿਲ। ਉਹ ਆਪਣੀਆਂ ਵੱਖਰੀਆਂ ਗੱਡੀਆਂ ਤੇ ਤੁਰਿਆ ਫਿਰਦਾ ਹੁੰਦਾ ਸੀ। ਸੰਤ ਇੱਕ ਨੂੰ ਕਮਰੇ 'ਚ ਗਏ, ਕਹਿੰਦੇ ਭਾਈ ਅਮਰੀਕ ਸਿੰਘ ਤੂੰ ਮੇਰਾ ਛੋਟਾ ਵੀਰ ਹੈ, ਮੈਂ ਤੇਰੇ ਨਾਲ ਗੱਲ ਕਰਨੀ। ਹੁਣ ਕਹਿੰਦੇ ਗੱਲ ਸੁਣ, 2 ਪ੍ਰਕਾਰ ਦੇ ਪੁੱਤਰ ਹੁੰਦੇ ਆ, ਇੱਕ ਨਾਦੀ ਹੁੰਦੇ, ਇੱਕ ਬਿੰਦੀ ਹੁੰਦੇ। ਨਾਦੀ ਉਹਦਾ ਜਿਹੜਾ ਧਰਮ ਪੁੱਤਰ ਹੁੰਦਾ ਵਾ, ਬਿੰਦੀ ਉਹ ਹੁੰਦਾ ਜਿਹੜੇ ਮਾਂ ਪਿਓ ਤੋਂ ਜਣਿਆ ਪੁੱਤਰ ਹੁੰਦਾ। ਉਹਨੇ ਇੰਨੀ ਗੱਲ ਵੀ ਤੇਰੇ ਤੇ ਮੇਰੇ 'ਚ ਫਰਕ ਕੋਈ ਨਹੀਂ, ਮੈਂ ਵੀ ਉਸੇ ਸੰਤ ਕਰਤਾਰ ਸਿੰਘ ਦਾ ਧਰਮੀ ਪੁੱਤਰ ਹਾਂ। ਇਸ ਕਰਕੇ ਆਪਾਂ ਆਹ ਲੋਕਾਂ ਨੂੰ ਤਮਾਸ਼ਾ ਮਗੀ ਇਕੱਠੇ ਹੋ ਕੇ ਚੱਲੀਏ। ਤੇ ਭਾਈ ਅਮਰੀਕ ਸਿੰਘ ਮੰਨ ਗਏ ਸੀ, ਠੀਕ ਹੈ ਜੀ ਸੰਤ ਜੀ ਤੋਂ ਹੁਕਮ। ਮੁੜ ਕੇ ਉਹਨਾਂ ਜੋ ਕੁਛ ਕੀਤਾ, ਪ੍ਰਚਾਰ ਕੀਤਾ, ਇਕੱਠੇ ਹੋ ਕੇ ਕੀਤਾ, ਨਾ ਬਣਿਆ। ਜੇ ਕਿਤੇ ਵੱਖਰ ਕਹਿੰਦੇ ਸੰਤ ਨਾ ਜਾ ਕੇ ਕਹਿੰਦੇ ਤੇ ਟਕਸਾਲ ਦਾ ਉਹਦੀ ਭੁੱਖ ਪਾ ਦੇਣੇ ਸੀ। ਹੁਣ ਇਹਦੀ ਗੱਲ ਸਿੱਧੂ ਦੀ ਗੱਲ ਕਰਦੇ, ਸਿੱਧੂ ਕਿਸੇ ਨਾਲ ਲਾ ਕੇ ਖਾ ਨਹੀਂ ਸਕਦਾ। ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਗੱਲ ਚੱਲੀ, ਜਦੋਂ ਸਿੱਧੂ ਨੂੰ ਪ੍ਰਧਾਨ ਬਣਾਇਆ ਤੇ ਇਹਦੇ ਘਰ ਕੁਛ ਗਿਆ ਤੇ ਆਪਣੀ ਗਰੁੱਪਬੰਦੀ ਖੜੀ ਕਰੋ। ਇਹਦੇ ਘਰ ਸੁੱਖੀ ਰੰਧਾਵਾ ਵੀ ਗਿਆ, ਹੋਰ ਮੈਂਬਰ ਵੀ ਗਏ, ਖੈਰ ਸਾਰੇ ਗਏ, ਲੇਕਿਨ ਇਹਨੇ ਇੱਕ ਤਾਂ ਹੀ ਜਵਾਬ ਦਿੱਤਾ, ਕਹਿੰਦੇ ਮੇਰੇ 77 ਮੈਂਬਰ ਨੇ ਜੀ, ਮੈਂ ਸਾਰਿਆਂ ਨਾਲ ਸਾਂਝਾ ਹੈਗਾ। ਬਿਲਕੁਲ ਠੀਕ ਸਮਝਿਆ, ਕੋਈ ਗੱਲ ਨਹੀਂ। ਇਹਨੇ ਗੱਲ ਹੀ ਨਹੀਂ ਸੁਣੀ, ਘਰ ਹੀ ਨਹੀਂ ਬਣ ਦਿੱਤਾ ਅਗਲਿਆਂ ਨੂੰ। ਤੇ ਫਿਰ ਜੇ ਇਹੋ ਜਿਹੇ ਆਪਾਂ ਕਰਤੂਤਾਂ ਕਰਾਂਗੇ ਤੇ ਹੱਲ ਦਾ ਕੀ ਹੋਣਾ। ਜਿਹੜੀ ਗੱਲ ਤੁਸੀਂ ਕੀ ਪੱਤਰਕਾਰ ਨੂੰ ਟੁੱਟ ਕੇ ਪੈਣ ਦੀ ਗੱਲ, ਜੇ ਕਿਤੇ ਮੇਰੇ ਵਰਗਾ ਹੋ ਤੇ ਕਹਿ ਕੇ ਬਾਈਕਾਟ ਕਰਕੇ ਆਏ ਚੁੱਪ ਕਰ, ਕਿਉਂ ਵੀ ਕਿਸੇ ਸੁਣੀ ਸੀ ਜੀ। ਅਸੀਂ ਕੋਈ ਘਰ ਦਾ ਕੰਮ ਕਰਨ ਦੇ, ਤੁਹਾਡੀ ਸੇਵਾ ਕਰਨ ਦੇ, ਫ੍ਰੀ ਸੇਵਾ ਕਰਨ ਦੇ, ਤੁਹਾਨੂੰ ਕੁਛ ਲੈਂਦੇ ਕੁਛ ਨਹੀਂ ਹੈਗੇ। ਤੁਸੀਂ ਆਪਣਾ ਬਣਾਓ ਇੱਕ ਵੱਖਰਾ ਆਪਣਾ ਜਿਹੜਾ ਸੋਸ਼ਲ ਮੀਡੀਆ ਸੈੱਲ, ਕਿੰਨੇ ਖਰਚ ਆਉਂਦਾ ਵਾ, ਕਰੋੜਾਂ ਰੁਪਏ ਖਰਚ ਆਉਂਦੇ, ਬਣਾਏ ਕਰ ਲਓ। ਇਸ ਕਰਕੇ ਸਿੱਧੂ ਸਾਹਿਬ ਇਸ ਵੇਲੇ ਬੜੇ ਬੁਖਲਾਏ ਹੋਏ ਨੇ, ਲੇਕਿਨ ਉਹ ਇੱਕ ਗੱਲ ਜ਼ਰੂਰ ਚਾਹੁੰਦੇ ਆ, ਉਹ ਕਹਿੰਦੇ ਮੈਂ ਸ਼ਹੀਦ ਹੋਣਾ ਪਸੰਦ ਕਰੂੰਗਾ, ਸੁਸਾਈਡ ਨਹੀਂ ਕਰੂੰਗਾ। ਇਹਦਾ ਮਤਲਬ ਸਮਝਾ ਦਿੰਦਾ,
ਮਤਲਬ ਇਹ ਵੀ ਜੇ ਉਹ ਕਾਂਗਰਸ ਪਾਰਟੀ ਤੋਂ ਆਪ ਅਸਤੀਫਾ ਦੇ ਜਾਣਗੇ ਤੇ ਉਹ ਫਿਰ ਉਹਨਾਂ ਸੁਸਾਈਡ ਪ੍ਰੂਫ ਹੋਏਗਾ। ਜੇ ਕਾਂਗਰਸ ਪਾਰਟੀ ਕਰਨ ਹੁੰਦੀ ਫਿਰ ਇੱਕ ਨੂੰ ਸ਼ਹੀਦ ਕੀਤਾ ਗਿਆ। ਇਸ ਕਰਕੇ ਉਹ ਸ਼ਹੀਦ ਹੋਣਾ ਪਸੰਦ ਕਰਨਗੇ। ਰਾਜਾ ਵੜਿੰਗ ਨੇ ਬਕਾਇਦਾ ਤੌਰ ਤੇ ਹਰੀਸ਼ ਚੌਧਰੀ ਪੰਜਾਬ ਮਾਮਲੇ ਦੇ ਇੰਚਾਰਜ ਨੂੰ ਸ਼ਿਕਾਇਤ ਕੀਤੀ ਹੈ ਸਿੱਧੂ ਦੀ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ, ਤੇ ਉਹਨੇ ਜਿਹੜੀ ਕਾਰਵਾਈ ਕਰਨ ਵਾਸਤੇ ਬਕਾਇਦਾ ਤੌਰ ਤੇ ਸੋਨੀਆ ਗਾਂਧੀ ਨੂੰ ਪੱਤਰ ਲਿਖਤਾ ਤੇ ਸੋਨੀਆ ਗਾਂਧੀ ਨੇ ਪੱਤਰ ਪੜ੍ਹ ਲਿਆ, ਵੇਖ ਲਿਆ ਤੇ ਅਗਲੀ ਕਾਰਵਾਈ ਕਰਨ ਵਾਸਤੇ ਜਨਰਲ ਸਕੱਤਰ ਵੇਣੂ ਗੋਪਾਲ ਦੀ ਡਿਊਟੀ ਲਾਤੀ ਵੀ ਕਾਰਵਾਈ ਕੀਤੀ ਜਾਵੇ। ਜਿਹੜਾ ਵਿਰੋਧੀ ਬੰਦਾ, ਜਿੰਨੇ ਬੰਦੇ ਕੱਢੇ ਤੁਸੀਂ ਉਹਨਾਂ ਦੇ ਘਰ ਜਾ ਕੇ ਮਿਲ ਰਹੇ ਤੁਸੀਂ, ਚਲੋ ਤੁਹਾਡੀ ਸਾਂਝ ਵੱਖਰੀ ਹੋਣੀ ਚਾਹੀਦੀ ਹੈ। ਉੱਥੇ ਜਾ ਕੇ ਪਾਰਟੀ ਨੂੰ ਗਲਾ ਕੱਟ ਰਹੇ ਤੁਸੀਂ, ਫਲਾਣਾ ਇੰਜ ਕਰਦਾ, ਆਹ ਕੋਈ ਨਹੀਂ ਕੀਤਾ, ਕੋਈ ਕੀਤਾ। ਭਾਈ ਜੋ ਮੌਕਾ ਮਿਲਿਆ ਤੁਹਾਨੂੰ ਤੁਸੀਂ ਕੀ ਕੀਤਾ? ਇਸ ਕਰਕੇ ਤੁਹਾਡੀ ਗੱਲ ਠੀਕ ਆ, ਟੋਇਆ ਪੁੱਟਵਾਉਣ ਵਾਸਤੇ ਖਾਕਾ ਜਿਹੜਾ ਤਿਆਰ ਹੁੰਦਾ ਜੀ। ਫਿਰ ਭੱਟੀ ਸਾਹਿਬ ਥੋੜੀ ਜਿਹੀ ਪੰਜਾਬ ਦੀ ਗੱਲਾਂ ਬਾਤਾਂ ਕਰੀਏ ਜੀ। ਬਾਈਬਲ ਕਲਾਂ ਤੇ ਕੋਟਕਪੂਰੇ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਸਿੱਟ ਨੂੰ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਦੇ ਬਾਹਰ ਲੈ ਕੇ ਆਉਣ ਦੀ ਨਹੀਂ ਮਿਲੀ ਇਜਾਜ਼ਤ। ਬਕਾਇਦਾ ਤੌਰ ਤੇ ਜੀ ਰਾਮ ਰਹੀਮ ਨੂੰ ਪ੍ਰੋਡਕਸ਼ਨ ਲਿਆਉਣ ਦੀ ਜਿਹੜੀ ਮੰਗ ਕੀਤੀ ਸੀ ਸਿੱਟ ਨੇ ਕਿ ਅਸੀਂ 2 ਕੇਸਾਂ 'ਚ ਪੁੱਛ ਪੜਤਾਲ ਕਰਨੀ ਚਾਹੁੰਦੇ, ਉਹ ਸਾਨੂੰ ਸਹਿਯੋਗ ਨਹੀਂ ਕਰ ਰਹੀ ਜਗਿਆ। ਤੇ ਫਰੀਦਕੋਟ ਦੀ ਅਦਾਲਤ ਨੇ ਕਿਹਾ ਸੀ ਨਾ ਤੁਸੀਂ ਪ੍ਰੋਡਕਸ਼ਨ ਵਾਰੰਟ ਨਹੀਂ ਲੈ ਸਕਦੇ, ਤੁਸੀਂ ਵੀਡੀਓ ਕਾਨਫਰੰਸ ਨਾਲ ਪੁੱਛ ਪੜਤਾਲ ਕਰ ਸਕਦੇ। ਇਹ ਕੀ ਪੁੱਛ ਪੜਤਾਲ ਹੁੰਦੀ ਹੈ? ਵੀਡੀਓ ਕਾਨਫਰੰਸ ਦੇ ਜਿੱਦਾਂ ਪਹਿਲਾਂ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ, ਹਰ ਗੱਲ ਤੇ ਮੈਨੂੰ ਪਤਾ ਹੀ ਨਹੀਂ, ਹੱਥ ਜੋੜ ਕੇ ਕਹਿੰਦੇ ਮੈਨੂੰ ਪਤਾ ਹੀ ਨਹੀਂ, ਉੱਥੇ ਵੀ ਕਹਿੰਦੇ ਮੈਨੂੰ ਪਤਾ ਨਹੀਂ। ਇੱਕ ਹਾਈ ਕੋਰਟ ਚਲੇਗੀ ਕਿ ਸਾਨੂੰ ਉਹਦੀ ਪ੍ਰੋਡਕਸ਼ਨ ਵਾਰੰਟ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਹਾਈ ਕੋਰਟ ਨੂੰ ਇਹ ਪਤਾ ਵੀ ਜਦੋਂ ਉਹ ਬਾਹਰ ਆਏਗਾ ਸ਼ੋਰ ਮਚੇਗਾ, ਰੌਲਾ ਪਏਗਾ, ਕਈ ਕੁਛ ਹੋ ਸਕਦਾ। ਕਿ ਜਦੋਂ ਇਹਨੂੰ ਮੇਰੇ ਖਿਆਲ ਉਦੋਂ 25 ਅਗਸਤ ਸੀਗੀ, 25 ਅਗਸਤ 2017 ਜਦੋਂ ਸਜ਼ਾ ਸੁਣਾਈ ਗਈ ਸੀਗੀ, ਜੋ ਕੁਝ ਪੰਚਕੂਲੇ 'ਚ ਹੋਇਆ ਸੀ ਉਹ ਸਭ ਦੇ ਸਾਹਮਣੇ। ਭਾਵੇਂ 21 ਦਿਨ ਦੀ ਉਹ ਪੈਰੋਲ ਕੱਟ ਕੇ ਫਰਲੋ ਕੱਟ ਕੇ ਚਲਾ ਗਿਆ, ਸੁੱਖੀ ਸੰਦ ਚਲਾ ਗਿਆ, ਕੋਈ ਘਟਨਾ ਨਹੀਂ ਵਾਪਰੀ। ਉਸੇ ਚੀਜ਼ ਨੂੰ ਲੈ ਕੇ ਸਿੱਟ ਨੇ ਕਿਹਾ ਜੀ ਜੇ ਉੱਥੇ 21 ਦਿਨ ਦੀ ਪੈਰੋਲ ਕੱਟ ਕੇ ਜਾ ਸਕਦਾ, ਆਪਣੇ ਲੋਕਾਂ ਨੂੰ ਮਿਲ ਸਕਦਾ, ਸਾਨੂੰ ਇਜਾਜ਼ਤ ਦੇ ਦਿਓ, ਅਸੀਂ ਆਪਣੀ ਫੋਰਸ ਲਾ ਕੇ ਬਿਲਕੁਲ ਫਿਰ ਰੱਖਾਂਗੇ ਇਹਨੂੰ। ਲੇਕਿਨ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਨਾ, ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤੁਹਾਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਤੁਸੀਂ ਇਹਨੂੰ VC ਰਾਹੀਂ ਵੀਡੀਓ ਕਾਨਫਰੰਸ ਜਿਹੜੀ ਪੁੱਛ ਪੜਤਾਲ ਕਰਨੀ ਉਹ ਕਰ ਸਕਦੇ। ਹੁਣ ਸਿੱਟ ਸੁਪਰੀਮ ਕੋਰਟ ਜਾਂਦੀ ਆ ਜਾਂ ਇੱਥੇ ਗੁਜ਼ਾਰਾ ਕਰ ਲੈਂਦੀ ਆ ਤੇ ਅਗਲੀ ਤਰੀਕ ਉਹਨਾਂ ਨੇ ਅਕਤੂਬਰ ਦੀ ਪਾ ਦਿੱਤੀ ਹੈ। ਇਸ ਕਰਕੇ ਰਾਮ ਰਹੀਮ ਦੇ ਮਿਹਰਬਾਨ ਜਿਹੜੀ ਉਹ ਥਰਡੀ ਕੋਰਟ ਵੀ ਸੀਗੀ, ਉੱਪਰਲੀ ਕੋਰਟ ਵੀ ਹੈ, ਤੇ ਹੋ ਸਕਦਾ ਟੈਕਸ ਕੋਰਟ ਵੀ ਹੋ ਜਾਏ ਜੀ, ਕੋਈ ਕੁਝ ਨਹੀਂ ਕਹਿ ਸਕਦੇ। ਲੇਕਿਨ ਮੈਂ ਵੀ ਇਹ ਸੋਚਦਾ ਵਾ ਵੀ ਭਾਈ ਸਭ ਕੁਝ ਸਾਹਮਣੇ ਆ, 3 ਵਾਰੀ ਜਾ ਕੇ ਤੁਸੀਂ ਪੁੱਛ ਪੜਤਾਲ ਕਰ ਰਹੇ ਹੋ, ਹੁਣ ਤੁਸੀਂ ਪੁੱਛ ਪੜਤਾਲ ਕੀ ਕਰੋਗੇ? ਚਪੇਟ ਤੁਸੀਂ ਨਹੀਂ ਮਾਰ ਸਕਦੇ, ਕੁਛ ਕਰ ਨਹੀਂ ਸਕਦੇ, ਉਹਨੂੰ ਕਿਸੇ ਗੱਲ ਦੀ ਗਾਲ ਤੁਸੀਂ ਨਹੀਂ ਕਰ ਸਕਦੇ। ਉਹਨੂੰ ਮਾੜੀ ਜੀ ਬਾਹਰ ਜਾ ਕੇ ਗੱਲ ਕਰ ਦਿੱਤੀ, ਮੈਨੂੰ ਗਾਲ ਕੱਢੀ ਵਿੱਚ ਚਪੇਟ ਮਾਰੀ, ਉਸ ਵੇਲੇ ਦੇ ਜਿਹੜੇ ਚੇਲੇ ਭੜਕ ਪੈਣਗੇ, ਗੜਬੜ ਹੋਣ ਦੀ ਸੰਭਾਵਨਾ ਵਧੇਗੀ। ਤੁਸੀਂ ਗੜਬੜ ਪਾਉਣੀ ਚਾਹੁੰਦੇ ਹੋ? ਇਸ ਕਰਕੇ ਉਮੀਦ ਨਹੀਂ ਵੀ ਜੋ ਚਾਹੁੰਦੇ ਨੇ, ਉਹ ਸਿੱਟਣਾ ਚਾਹੁੰਦੇ ਨੇ, ਉਹ ਉਹਨਾਂ ਨੂੰ ਇਜਾਜ਼ਤ ਮਿਲੇ ਜੀ। ਲੈਂਦੇ ਨੈਕਸਟ ਕਾਲ ਆਉਂਦੀ ਹੈ 905 813 1320 905 813 1320। ਸਤਿ ਸ਼੍ਰੀ ਅਕਾਲ ਕਾਲਰ। ਸਤਿ ਸ੍ਰੀ ਅਕਾਲ ਜੀ ਚਾਵਲਾ ਜੀ ਤੇ ਪੱਟੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਆ ਗਏ ਹੋ ਨਾ? ਹਾਂਜੀ ਬਿਲਕੁਲ ਜੀ, ਬਿਲਕੁਲ ਆ ਗਏ ਜੀ, ਬਿਲਕੁਲ ਆ ਗਏ ਹਾਂਜੀ ਹਾਂਜੀ। ਤੁਹਾਡਾ ਸਵਾਲ ਜੀ? ਚੜ੍ਹਦੀ ਕਲਾ ਚ। ਹਾਂਜੀ ਚੜ੍ਹਦੀ ਕਲਾ। ਅੰਕਲ ਜੀ ਸਵਾਲ ਪੁੱਛੋ ਜੀ ਆਪਣਾ ਪਲੀਜ਼। ਹਾਂ ਸਵਾਲ ਹੀ ਪੁੱਛਣ ਲੱਗਾ ਜੀ। ਪੱਟੀ ਸਾਹਿਬ ਤੁਸੀਂ ਪੰਜਾਬ ਦੀ ਪੋਲਿਟਿਕਸ ਤੇ ਲਾਇਓ ਜਿਹੜਾ ਗੁਰੂ ਪੀਰਾਂ ਦੀ ਧਰਤੀ ਏ ਜੀ, ਤੇ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਮਗਰ ਵੇਖੋ ਵਰਲਡ ਦੇ ਵਿੱਚ ਸਾਰੇ ਸਿੱਖ ਕੌਮ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਮੈਂ ਗੱਲ ਸੁਣੀ ਆ, ਮੈਂ ਤਾਂ ਸੁਣ ਕੇ ਬੜਾ ਹੈਰਾਨ ਹੋਇਆ ਕਿ ਦਮਦਮੇ ਟਕਸਾਲ ਵਾਲੇ ਵੀ ਗਲਤ ਲਿਖੀ ਜਾਂਦੇ ਨੇ, SGPC ਵੀ ਗਲਤ ਲਿਖੀ ਜਾਂਦੇ ਨੇ, ਆਦਿ ਜਿਹੜੇ ਪੁਰਾਣੇ ਰੋਕੇ ਸਨ ਚਤਰ ਸਿੰਘ ਸੇਵਾ ਸਿੰਘ ਬਾਜ਼ਾਰ ਬਾਈ ਸੇਵਾ ਅੰਮ੍ਰਿਤਸਰ ਵਾਲੇ, ਉਹ ਵੀ ਛਾਪੀ ਜਾਂਦੇ ਨੇ। ਵਿੱਚੇ ਸਰੂਪ ਜਿਹੜੇ ਵਿੱਚੇ ਸਰੂਪ ਨੇ ਜਿਹੜੇ ਉਹ ਗੁੰਮ ਹੋਈ ਜਾਂਦੇ ਨੇ, ਕੋਈ ਪਤਾ ਨਹੀਂ ਲੱਗਦਾ। ਤੇ ਜੇ ਇਹਨਾਂ ਨੇ ਹੌਲੀ ਹੌਲੀ ਇਬਾਰਤ ਬਦਲਦਿਆ ਕੁਛ ਆਪਣੇ ਮੁਤਾਬਕ ਹੀ ਕਰਦਾ ਤਾਂ ਫਿਰ
ਸਿੱਖਾਂ ਦਾ ਕੀ ਹਾਲ ਹੋਏਗਾ ਤੇ ਉਸ ਤੋਂ ਬਾਅਦ ਪੰਜਾਬ ਦਾ ਕੀ ਹਾਲ ਹੋਏਗਾ? ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਭਾਈ ਰਣਜੀਤ ਸਿੰਘ ਜਦੋਂ ਜਥੇਦਾਰ ਅਕਾਲ ਸਿੰਘ ਸੀ, ਉਹਨਾਂ ਨੇ ਪ੍ਰਾਈਵੇਟ ਫਰਮਾਂ ਤੇ ਟੋਟਲੀ ਛਾਪਣ ਤੇ ਪਾਬੰਦੀ ਲਾ ਦਿੱਤੀ ਸੀ। ਉਹਨਾਂ ਦੇ ਪਾਬੰਦੀ ਲਾਉਣ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਆਈ ਸੀ ਤੇ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਸੀ, ਮਤਾ ਪਾਸ ਕਰ ਦਿੱਤਾ ਸੀ ਕਿ ਇਹ ਕੋਈ ਵੀ ਪ੍ਰਾਈਵੇਟ ਵਿਅਕਤੀ ਨਹੀਂ ਛਾਪ ਸਕਦਾ। ਉਸ ਟਾਈਮ ਤੇ ਦਿੱਲੀ ਵਾਲਿਆਂ ਕਿਹਾ ਸੀ ਵੀ ਪੰਜਾਬ ਦਾ ਸਾਡੇ ਤੇ ਕਾਨੂੰਨ ਲਾਗੂ ਨਹੀਂ ਹੁੰਦਾ, ਲੇਕਿਨ ਦਿੱਲੀ ਕਮੇਟੀ ਆ, ਉਹਨਾਂ ਨੂੰ ਅਧਿਕਾਰ ਆ। ਭਾਈ ਰਣਜੀਤ ਸਿੰਘ ਨੇ ਕਿਹਾ ਸੀ ਵੀ ਇਹਨਾਂ ਕੋਲ PDF ਦੀ ਫਾਈਲ ਲੈ ਕੇ ਤੇ ਸ਼੍ਰੋਮਣੀ ਕਮੇਟੀ ਦੀ ਇਜਾਜ਼ਤ ਨਾਲ ਕੋਈ ਛਾਪ ਸਕਦਾ, ਉਹ PDF ਫਾਈਲ ਦੇ, ਬਾਕੀ ਕੋਈ ਨਹੀਂ ਕੁਛ ਕਰ ਸਕਦਾ। ਉਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਉਸ ਤੋਂ ਬਾਅਦ ਨਾ ਤੇ ਚੱਤਰ ਸਿੰਘ ਜੀਵਨ ਸਿੰਘ ਵੀ ਛਾਪਦੇ ਆ, ਨਾ ਜਵਾਹਰ ਸਿੰਘ ਵੀ ਛਾਪਦੇ ਆ, ਨਾ ਕੋਈ ਹੋਰ ਛਾਪਦਾ। ਸਿਰਫ ਤੇ ਸ਼੍ਰੋਮਣੀ ਕਮੇਟੀ ਛਾਪ ਰਹੀ ਸਰੂਪ ਪੰਜਾਬ ਦੇ ਵਿੱਚ। ਉਹੀ ਸਰੂਪ ਜਿੱਥੇ ਕਿਸੇ ਨੂੰ ਚਾਹੀਦੇ ਹੁੰਦੇ ਆ, ਉੱਥੇ ਜੇ ਤੁਹਾਨੂੰ ਤੇ ਮੈਨੂੰ ਚਾਹੀਦਾ ਬਕਾਇਦਾ ਗੁਰਦੁਆਰੇ ਤੇ ਇਹਨਾਂ ਦੀ ਇੱਕ ਟੀਮ ਜਾਂਦੀ ਆ, ਉੱਥੇ ਵਿਜ਼ਿਟ ਕਰਦੀ ਆ, ਦੇਖਦੀ ਗੁਰਦੁਆਰੇ ਕਿੰਨੇ ਸਰੂਪ ਆ, ਪਿੰਡ ਦੀ ਸੰਗਤ ਕਿੰਨੀ ਆ, ਕਿੰਨੀ ਸੰਗਤ ਰੋਜ਼ ਆਉਂਦੀ ਆ, ਇਹਨਾਂ ਨੂੰ ਸਰੂਪ ਚਾਹੀਦਾ ਕਿ ਚਾਹੀਦਾ ਹੋਵੇ। ਤੇ ਜੇ ਤੁਹਾਡੀ ਵੱਡੇ ਘਰ ਤੱਕ ਪਹੁੰਚ ਆ, ਇੱਕ ਫੋਨ ਕਰਾ ਦਿਓ, ਫਿਰ ਕਿਸੇ ਟੀਮ ਨਹੀਂ ਭੇਜਣੀ, ਕੁਛ ਨਹੀਂ ਕਰਨਾ, ਤੁਸੀਂ ਕਿੱਥੇ ਸਰੂਪ ਲੈ ਕੇ ਜਾ ਰਹੇ, ਤੁਹਾਨੂੰ ਕੋਈ ਪੁੱਛ ਪੜਤਾਲ ਨਹੀਂ। ਇਹ ਲਿਖਿਆ ਜੋ ਕਿ ਫਲਾਣੇ ਪਿੰਡ ਦਾ ਫਲਾਣਾ ਬੰਦਾ ਸਰੂਪ ਲੈ ਕੇ ਗਿਆ। ਇੱਥੋਂ ਤੱਕ ਵੀ ਘਟਨਾਵਾਂ ਵਾਪਰੀਆਂ ਵੀ ਜਦੋਂ ਇਹ ਬਿਆਨ ਕੀਤਾ ਗਿਆ ਵੀ ਸਰੂਪ ਦਾ ਬਿਲਕੁਲ ਮਰਿਆਦਾ ਅਨੁਸਾਰ ਲਿਜਾਇਆ ਜਾਊਗਾ, ਤੇ ਲੁਧਿਆਣੇ ਦੇ ਵਿੱਚੋਂ ਇੱਕ ਬੰਦਾ ਕੈਨੇਡਾ ਸਰੂਪ ਲੈ ਕੇ ਜਾ ਰਿਹਾ ਸੀ, ਜਿਹਨੂੰ ਸਿੰਘੀ ਬਾਰਡਰ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਨੇ ਘੇਰਿਆ ਸੀ। ਜੋ 3 ਸਰੂਪ ਜਿਹੜੇ ਸੀ, ਇੱਕ 2 ਟੈਚੀ ਪੈਕ ਕਰਕੇ ਤੇ ਉਹ ਗੱਡੀ ਦੇ ਪਿਛਲੇ ਪਾਸੇ ਰੱਖੇ ਸੀ। ਚਲੋ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਉਹ ਠੀਕ ਸੀ ਗਲਤ ਸੀ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸਰੂਪ ਲੋਕ ਲੈ ਕੇ ਜਾਂਦੇ ਹੁੰਦੇ ਸੀ ਨਾ, ਟਰੰਕ 'ਚ ਪਾ ਕੇ ਬਕਾਇਦਾ ਤੌਰ ਤੇ ਬੱਸ ਦੀ ਪਹਿਲੀ ਸੀਟ ਡਰਾਈਵਰ ਖਾਲੀ ਕਰਾਉਂਦਾ ਸੀ, ਮਹਾਰਾਜ ਸਰੂਪ ਜਾ ਰਿਹਾ ਸੀ। ਉਹ ਟਰੰਕ ਜਿਹੜਾ ਬੰਦਾ ਸੀ ਆਪਣੇ ਪੱਟਾਂ ਤੇ ਰੱਖ ਦਿੰਦਾ ਸੀ, ਉੱਥੋਂ ਚੁੱਕ ਕੇ ਮੁੜ ਕੇ ਸਿਰ ਤੇ ਚੁੱਕ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰੇ ਪਟਾਇਆ ਜਾਂਦਾ ਸੀ। ਉਹ ਵੀ ਜਣੀ ਵੇਖੀ। ਲੇਕਿਨ ਸਿਜੇ ਸਾਡੀਆਂ ਭਾਵਨਾਵਾਂ ਜਿਹੜੀਆਂ ਸੀ ਉਹ ਵੱਧਦੀਆਂ ਗਈਆਂ, ਉਹਨਾਂ ਨੂੰ ਠੇਸ ਵੀ ਪੁੱਜਦੀ ਗਈ। ਅਸੀਂ ਕਹਤਾ ਨਹੀਂ ਜੀ, 5 ਸਿੰਘ ਸਾਹਿਬ ਆਓ, ਅੰਮ੍ਰਿਤਧਾਰੀ ਆਓ, ਬਕਾਇਦਾ ਤੌਰ ਤੇ ਪਾਲਕੀ ਸਾਹਿਬ ਲੈ ਕੇ ਆਓ, ਗੱਡੀ ਤੁਹਾਡੇ ਕੋਲ ਪੂਰੀ ਹੋਣੀ ਸੀ, ਮਰਿਆਦਾ ਸਰ ਹੋਣੀ ਚਾਹੀਦੀ ਹੈ, ਫਿਰ ਗੱਡੀ ਟਾਈਮ ਤੁਹਾਨੂੰ ਸੀ। ਫਿਰ ਸ਼੍ਰੋਮਣੀ ਕਮੇਟੀ ਨੇ ਇਹ ਵੀ ਗੱਲ ਕਹੀ ਕਿ ਜਦੋਂ ਦੂਸਰੇ ਸੂਬਿਆਂ ਦੇ ਸਰੂਪ ਚਾਹੀਦੇ ਹੋਣਗੇ ਤੇ ਸਾਡੀ ਗੱਡੀ ਜਾਊਗੀ, ਤੁਸੀਂ ਦੱਸੋ ਕਿੱਥੇ ਕਿੱਥੇ ਕਿੰਨੇ ਚਾਹੀਦੇ। ਉੱਥੇ ਵੀ ਬਕਾਇਦਾ ਤੌਰ ਤੇ ਇਹਨਾਂ ਦੀ ਕਮੇਟੀ ਜਾਂਦੀ ਸੀ ਪਹਿਲਾਂ ਵੀ ਕਿੰਨੇ ਸਰੂਪ ਚਾਹੀਦੇ ਆ। ਕਰਦੇ ਕੀ ਸੀ, ਸਰੂਪ ਖੰਡੇ 50 ਲੋੜ 50 ਦੀ ਹੈ, 100 ਲੈ ਜਾਂਦੇ ਸੀ। 100 ਜਾ ਕੇ ਕੋਈ ਹੋਰ ਗੁਰਦੁਆਰਾ ਮੌਕੇ ਤੇ ਆ ਗਿਆ ਜੀ ਮੈਨੂੰ ਸਰੂਪ ਦੇ ਦਿਓ, ਤੇ ਫਿਰ ਤੇ ਬਲੈਕ ਮੇਲਿੰਗ ਹੁੰਦੀ ਸੀ। ਉਹ ਸਰੂਪ ਫਿਰ ਵਿਕਦੇ ਸੀਗੇ, ਸ਼ਰਧਾ ਖਤਮ ਹੋ ਜਾਂਦੀ ਸੀ, ਜਿਹੜਾ ਹੁਣ ਪੰਗਾ ਪਿਆ ਇਸ ਕਰਕੇ। ਇਸ ਕਰਕੇ ਇਹ ਗੱਲ ਗਲਤ ਹੈ ਜੀ। ਸਰੂਪ ਬਾਹਰ ਕੀ ਛਾਪਦਾ, ਬਾਹਰ ਬਿਲਕੁਲ ਨਹੀਂ ਛਾਪ ਰਿਹਾ। ਸ਼੍ਰੋਮਣੀ ਕਮੇਟੀ ਆਪ ਛਾਪ ਰਹੀ ਆ ਜੀ, ਤੇ ਸ਼੍ਰੋਮਣੀ ਕਮੇਟੀ ਬਹੁਤ ਕੁਝ ਕਰ ਰਹੀ ਹੈ ਜਿਹਨੂੰ ਰੋਕਣ ਦੀ ਲੋੜ ਹੈ। ਪੰਜਾਬੀ ਜੀ ਕਹਿੰਦੇ ਇਹ ਪੱਟੀ ਸਾਹਿਬ ਇੱਕ ਮਿੰਟ, ਜਿਹੜੇ ਆਨੰਦ ਸਾਹਿਬ ਨੂੰ ਸੱਦਣ ਲੱਗੇ ਰਹੇ ਅਕਾਲ ਤਖਤ ਤੇ, ਉਹ ਕਿਉਂ ਸੱਦਣ ਲੱਗੇ ਰਹੇ ਫਿਰ? ਮੈਂ ਤੁਹਾਨੂੰ ਉਹੀ ਗੱਲ ਦੱਸੀ ਨਾ ਜੀ, ਦਿੱਲੀ ਕਮੇਟੀ ਨੇ ਕਿਹਾ ਕਾਨੂੰਨ ਸਾਡੇ ਲਾਗੂ ਨਹੀਂ ਹੁੰਦਾ। ਧਰਮਿੰਦਰ ਸਿੰਘ ਨੇ ਇੰਨੀ ਗੱਲ ਕਹੀ ਕਿ ਮੈਂ ਜਿਹੜੇ ਸੀ ਚਾਈਨਾ ਦੇ ਸੂਟ ਛਪਾਏ ਨੇ, ਠੋਕ ਕੇ ਕਿਹਾ ਉਹਨੇ, ਛਾਪੇ ਨੇ, ਕੁਝ ਲੱਗਾ ਮਤਲਬ ਚੇਂਜ ਕੀਤੇ, ਉਹਨੂੰ ਕੋਈ ਅਧਿਕਾਰ ਨਹੀਂ ਹੈਗਾ। ਅੱਜ 3.5 ਤਰੀਕ ਆ, ਅੱਜ 3 ਤਰੀਕ ਨੂੰ ਬਕਾਇਦਾ ਤੌਰ ਤੇ ਧਰਮਿੰਦਰ ਸਿੰਘ ਦਾ ਕੇਸ ਪੰਥਕ ਜਥੇਬੰਦੀਆਂ ਵਿਚਾਰਨਗੀਆਂ। ਉਮੀਦ ਆ ਕਿ ਉਹਨੂੰ ਪੰਥ ਚੋਂ ਵੀ ਛੇਕਿਆ ਜਾ ਸਕਦਾ। ਅੱਜ ਜੇ ਨਹੀਂ ਤੇ ਮਰਿਆਦਾ ਅਨੁਸਾਰ ਕਾਲ ਕੀਤਾ ਜਾਊ, ਜੇ ਨਹੀਂ ਹੋਊਗੀ ਤਾਂ ਕਾਰਵਾਈ ਕੀਤੀ ਜਾਊ। ਪੱਟੀ ਸਾਹਿਬ ਵੀ ਛਾਪਦੇ ਨੇ ਜੀ, ਦਮਨੀ ਸਾਲ ਨੇ ਵਿੱਚੋਂ ਨਹੀਂ ਗਏ। ਉਹ ਨਹੀਂ ਛਾਪਦੇ, ਨਹੀਂ ਪਹਿਲਾਂ ਛਾਪਦੇ, ਹੁਣ ਨਹੀਂ ਛਾਪਦੇ, ਹੁਣ ਨਹੀਂ ਛਾਪ, ਪਹਿਲਾਂ ਛਾਪਦੇ ਸੀ, ਹੁਣ ਨਹੀਂ ਛਾਪਦੇ। ਉਹਨਾਂ ਦੇ ਸਰੂਪਾਂ 'ਚ ਵੀ ਗਲਤੀਆਂ ਫੜੀਆਂ ਗਈਆਂ ਨੇ। ਫੜੀਆਂ ਗਈਆਂ, ਮੈਂ ਤਾਂ ਕਹਿੰਦਾ ਪਹਿਲਾਂ ਛਾਪੇ ਹੋਣਗੇ, ਗਲਤੀ ਹੋਣੀ ਚਾਹੀਦੀ, ਕੋਈ ਗੱਲ ਨਹੀਂ ਹੈਗੀ, ਇਹ 'ਚ ਕਿਹੜੀ ਗੱਲ ਹੈ। ਜਿਹੜੇ ਪਹਿਲਾਂ ਤੁਹਾਨੂੰ ਇਹੀ ਫਿਜ਼ਜ਼ਾਰ ਕੀਤਾ ਕਿ ਜਦੋਂ ਇੰਨੀਆਂ ਗਲਤੀਆਂ ਹੁੰਦੀਆਂ ਰਹੀਆਂ, ਹੌਲੀ ਹੌਲੀ ਕੀ ਬਣੇਗਾ। ਜਿਵੇਂ ਆਪਾਂ ਗਲਤੀ ਕੱਢਦੇ ਹਾਂ ਤੇ ਫਿਰ ਤਾਂ ਹੌਲੀ ਹੌਲੀ ਆਪਣੀ ਮਰਜ਼ੀ ਦਾ ਕਰ ਲਵੇ, ਲਗਾਤਾਰ ਕਰਦਾ ਕਰ ਲੈਣਗੇ। ਇਹ 70 ਤੋਂ ਬਾਅਦ ਜਦੋਂ ਤੋਂ ਇਹਨਾਂ ਨੇ ਮਾੜੀ ਸੋਧ ਕੀਤੀ ਹੈ, ਜਦੋਂ ਸੰਸਕ੍ਰਿਤੀ ਕਰਨੀ ਹੈ, ਅਲੱਗ ਮਾਤਰਾ ਕਰ ਦਿੱਤੀ ਹੈ, ਜਦੋਂ
ਇਹਨਾਂ ਨੂੰ ਉਹ ਜਿਹੜਾ ਕਦੇ ਪਹਿਲਾਂ ਇਕੱਠੇ ਹੁੰਦੇ ਸੀ ਨਾ, ਫਿਰ ਇਹਨਾਂ ਜਦੋਂ ਵੱਖਰੇ ਵੱਖਰੇ ਕਿਤੇ ਉਸ ਤੋਂ ਬਾਅਦ ਸਾਰਾ ਕੰਮ ਖਰਾਬ ਕੀਤਾ ਇਹਨਾਂ ਨੇ। ਤੁਹਾਡੀ ਗੱਲ ਠੀਕ ਹੈ ਜੀ, ਪਰ ਮੈਂ ਤੁਹਾਨੂੰ ਇਹ ਦੱਸਦੀ ਗੱਲ ਕਿ ਸਵਾਏ ਸ਼੍ਰੋਮਣੀ ਕਮੇਟੀ ਤੋਂ ਪੰਜਾਬ ਦੇ ਵਿੱਚ ਕੋਈ ਹੋਰ ਸੰਸਥਾ ਨੂੰ ਨਾ ਅਧਿਕਾਰ ਤੇ ਨਾ ਕੋਈ ਛਾਪਰੀ ਸਰੂਪ। ਜੇ ਛਾਪੇ ਕਿਸੇ ਨੇ ਪਹਿਲਾਂ ਹੋਣਗੇ ਉਹਦੀ PDF ਫਾਈਲ ਦੇ ਕੋਲ ਹੋਊਗੀ, ਕੀ ਕੀਤਾ ਕੀ ਨਹੀਂ ਕੀਤਾ ਨਹੀਂ ਪਤਾ। ਉਸ ਤੋਂ ਪਹਿਲਾਂ ਤਾਂ ਪਤਾ ਅੱਜ ਤੋਂ 10-20 ਸਾਲ ਪਹਿਲਾਂ ਤੇ ਜਤਨ ਸਿੰਘ ਜੀਵਨ ਸਿੰਘ ਛਾਪਦੇ ਹੁੰਦੇ ਸੀ ਜੀ। ਬਹੁਤ ਜਤਨ ਸਿੰਘ ਜੀਵਨ ਸਿੰਘ ਹੋਰੀ ਕੀ ਕਰਦੇ ਸੀ, 1 ਰੁਪਇਆ ਸਿਰ ਪਿੱਟ 1 ਰੁਪਇਆ ਪਿਟਾ ਦਿੰਦੇ, ਸਿਰਫ ਸਰੂਪ ਹੱਥ ਲਿਖ ਦਿੰਦੇ ਹੁੰਦੇ ਸੀ। ਦੋਵੇਂ ਭਰਾ ਹੱਥ ਲਿਖਦੇ 6 ਮਹੀਨੇ ਚ ਕੰਪਲੀਟ ਕਰਦੇ ਸੀ। ਕਿਉਂ ਕਰਦੇ ਸੀ ਉਹ? ਕਿਉਂ ਇਹ ਕੰਮ ਉਹ ਬਾਕੀ ਆਪਣਾ ਕਾਰੋਬਾਰ ਵੀ ਕਰਦੇ ਸੀ, ਰੋਟੀ ਵੀ ਕਮਾਉਣੀ ਸੀ। ਸਿਰਫ 1 ਰੁਪਇਆ ਕਿੰਨੀ ਹੁੰਦੀ ਪਿਟਾ ਕੇ ਨਾ ਮਾਤਰ, ਉਹ ਸਿਰਫ ਸ਼ਾਹੀ ਦਾ ਖਰਚਾ ਹੋਣਾ ਚਾਹੀਦਾ। ਇਸ ਕਰਕੇ ਜਿਹੜਾ ਤੁਸੀਂ ਗੱਲ ਕਹਿੰਦੇ ਤੁਹਾਡੀ ਗੱਲ ਠੀਕ ਹੋ, ਤੁਹਾਡੇ ਕੋਲ ਕੋਈ ਹੋ ਮੈਟਰ ਤਾਂ ਮੇਰੇ ਕੋਲ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਇਸ ਵੇਲੇ ਕਿ WP ਸਾਲ ਛਾਪਦੀ ਹੈ, ਇਸ ਵੇਲੇ ਛਾਪਦੀ ਜੀ। ਬਹੁਤ ਬਹੁਤ ਧੰਨਵਾਦ ਕਾਲਰ, ਥੈਂਕ ਯੂ ਸੋ ਮਚ। ਤੁਹਾਡੇ ਵਿਚਾਰ ਆਉਂਦੀ ਹੈ 905 813 1320 905 813 1320। ਕਾਲਰ ਨੂੰ ਬੇਨਤੀ ਹੈ ਜੀ ਇੱਕੋ ਸਵਾਲ ਹੋਵੇ ਤਾਂ ਬਹੁਤ ਵਧੀਆ ਹੋਵੇ ਜੀ। ਕਾਫੀ ਲਾਈਨਸ ਫਲੈਸ਼ ਕਰ ਰਹੀਆਂ ਸਨ, ਪਰ ਸਾਨੂੰ ਲਾਈਨਾਂ ਦੁਬਾਰਾ ਕਾਲਰਸ ਕਾਲ ਕਰ ਲਓ ਜੀ 905 813 1320। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਬਲਵੰਤ ਸਿੰਘ ਰਾਜੋਆਣਾ ਨੂੰ ਮਾਫੀ ਦੇਣ ਸੰਬੰਧੀ 2 ਮਹੀਨੇ ਵਿੱਚ ਫੈਸਲਾ ਲੈਣ ਲਈ ਕਿਹਾ। ਪੜੀ ਸਾਹਿਬ ਇਹਦੀ ਕੀ ਖਬਰ ਹੈ ਜੀ? ਇਹਦੀ ਖਬਰ ਹੈ ਜੀ ਬਲਵੰਤ ਸਿੰਘ ਰਾਜੋਆਣਾ ਦਾ ਫੈਸਲਾ ਲਿਆ ਸੀ 2009 ਦੇ ਵਿੱਚ ਭਾਰਤ ਸਰਕਾਰ ਨੇ ਵੀ ਇਹਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਮਰ ਕੈਦ ਤਬਦੀਲ ਕਰ ਦਿੱਤੀ ਤੇ ਮਾਫੀ ਦੀ ਚੱਲੀ ਸਜ਼ਾ। ਕਿਸੇ ਨੇ ਪਟੀਸ਼ਨ ਪਾਰਟੀ CBI ਨੂੰ ਇਹਨਾਂ ਨੇ ਕਹਿਤਾ ਕਿ ਤੁਸੀਂ 30 ਅਪ੍ਰੈਲ ਨੂੰ ਬਿਲਕੁਲ ਆਪਣੇ ਡਾਕੂਮੈਂਟ ਸਾਰੇ ਲੈ ਕੇ ਆ ਜਾਣੇ। CBI ਆਪਣੇ ਡਾਕੂਮੈਂਟਸ ਲੈ ਕੇ ਆਈ, ਲੇਕਿਨ ਭਾਰਤ ਸਰਕਾਰ ਉੱਥੇ ਪੇਸ਼ ਨਹੀਂ ਹੋਈ ਤੇ ਉਹਨਾਂ ਕਿਹਾ ਜੀ ਸਾਨੂੰ 2 ਮਹੀਨਿਆਂ ਦੇ ਵਿੱਚ, ਆਪਾਂ ਅੱਗੇ ਬਹੁਤ ਸਾਰੀ ਗੱਲਬਾਤ ਕਰ ਚੁੱਕੇ ਇਹਦੇ ਬਾਰੇ, ਕਦੋਂ ਕਾਂਡ ਰਿਹਾ ਕਿਵੇਂ, ਬਹੁਤ ਡਿਟੇਲ ਨਹੀਂ ਜਾਣਾ ਚਾਹੁੰਦਾ ਮੈਂ। 2 ਮਹੀਨਿਆਂ ਦੇ ਵਿੱਚ ਇਹਦੀ ਮਾਫੀ ਦੇ ਉੱਤੇ ਕੇਂਦਰ ਸਰਕਾਰ ਨੇ ਜੋ ਫੈਸਲਾ ਲੈਣਾ ਲੈ ਲਵੇ। ਸਾਨੂੰ ਉਹ ਦੱਸ ਦੇ ਕੀ ਮਸਲਾ ਹੈ ਤੇ ਫਿਰ ਅਗਲਾ ਫੈਸਲਾ ਅਸੀਂ ਸੁਣਾ ਦੇਂਗੇ ਆਪਣਾ ਵੀ ਕੀ ਕੀਤਾ ਜਾ ਸਕਦਾ। ਕਿਉਂਕਿ ਸਿਰਫ ਤੇ ਸਿਰਫ ਨੋਟੀਫਿਕੇਸ਼ਨ ਕੀਤਾ ਸੀ ਇਹਨਾਂ ਨੇ, ਆਪਣੇ ਕੁਝ 8 ਬੰਦੇ ਛੱਡਣ ਦੀ ਗੱਲ ਕੀਤੀ ਸੀ, ਰਾਜੋਆਣਾ ਦੀ ਜਿਹੜੀ ਸੀ ਫਾਂਸੀ ਸਜ਼ਾ ਉਹ ਮਾਫ ਕਰਨ ਦੀ ਗੱਲ। ਦੂਸਰੀ ਚੀਜ਼, ਕਿਉਂਕਿ ਰਾਜੋਆਣਾ ਦੀ ਅਪੀਲ ਰਾਜੋਆਣਾ ਨੇ ਖੁਦ ਨਹੀਂ ਕੀਤੀ, ਰਾਜੋਆਣਾ ਦੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ। ਕੋਰਟ ਇਹ ਵੀ ਕਹਿੰਦੀ ਹੈ ਕਿ ਜਿੰਨਾ ਚਿਰ ਉਹ ਬੰਦਾ ਆਪ ਰਾਜੀ ਨਹੀਂ ਹੈਗਾ ਤੇ ਉਹਨਾਂ ਚਿਰ ਅਸੀਂ ਉਹਦੀ ਅਪੀਲ ਕਿਉਂ ਸੁਣੀ। ਲੇਕਿਨ ਇੱਥੇ ਵਕੀਲਾਂ ਨੇ ਲਿਆ ਸੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਸਿੱਖਾਂ ਦੀ ਨੌ ਨਿਆਲ ਤੇ ਪੰਥਕ ਜਥੇਬੰਦੀ ਉਹਨਾਂ ਦੀ ਨੁਮਾਇੰਦਗੀ ਕਰਦੀ ਹੈ, ਜਿਹਦੇ ਕਰਕੇ ਉਹ ਬਿਲ ਐਡਮਿਟ ਇਹਨਾਂ ਦੀ ਹੁੰਦੀ ਸੀਗੀ। ਹੁਣ ਇਹਦੇ ਵਿੱਚ ਜਿਹੜੀ ਗੱਲ ਰਾਜੋਆਣਾ ਦੀ ਗੱਲ ਕਰਦੇ ਆ, ਪਰ ਰਾਜੋਆਣਾ ਨੇ ਖੁਦ ਕਿਹਾ ਸੀਗਾ ਹਾਂ ਵੀ ਮੈਂ ਦੋਸ਼ੀ ਹਾਂ, ਮੈਂ ਇਹ ਕੰਮ ਕੀਤਾ, ਮੈਂ ਸੈਕੰਡ ਬੰਦਾ ਆਇਆ ਸੀ ਨਾਲ ਉਹਨਾਂ ਦੇ, ਅਸੀਂ ਸਾਜ਼ਿਸ਼ ਰਚੀ ਆ, ਅਸੀਂ ਮਾਰਿਆ ਵਾ। ਮੁੱਖ ਮੰਤਰੀ ਸਮੇਤ ਉਦੋਂ 16 ਬੰਦੇ ਮਰੇ ਸੀ। ਇਸ ਕਰਕੇ ਬਹੁਤੀ ਡਿਟੇਲ ਸੁਣਾਈਏ ਆਪਾਂ। 2 ਮਹੀਨੇ ਦਾ ਸਮਾਂ ਦਿੱਤਾ ਹੋਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਵੀ 2 ਮਹੀਨੇ 'ਚ ਸਾਨੂੰ ਜਿਹੜੇ ਸੀ ਆਪਣਾ ਫੈਸਲਾ ਲੈ ਕੇ ਦੱਸੋ ਤੁਸੀਂ ਇਹਦੀ ਸਜ਼ਾ ਮਾਫੀ ਕੀਤੀ ਆ ਜਾਂ ਨਹੀਂ ਕੀਤੀ। ਜਿਹੜਾ ਨੋਟੀਫਿਕੇਸ਼ਨ ਕੀਤਾ ਤੁਸੀਂ ਉਹ ਵੀ ਪੇਸ਼ ਕਰੋ, ਆਪਣੀ ਰਾਏ ਵੀ ਪੇਸ਼ ਕਰੋ। ਹੁਣ ਅੱਗੇ ਵੇਖੋ ਜੀ 2 ਮਹੀਨੇ ਬਾਅਦ ਇਹਨਾਂ ਦੀ ਸਜ਼ਾ ਬਾਰੇ ਕੀ ਬਣਦਾ ਜੀ। ਵਿਵਾਦਿਤ ਪੁਸਤਕਾਂ ਨੂੰ ਲੈ ਕੇ ਰਾਈਟਰਸ ਤੇ ਪ੍ਰਕਾਸ਼ਕਾਂ ਦੇ ਵਿਰੁੱਧ ਪਰਚਾ ਦਰਜ ਕਰਨ ਦੇ ਮਾਮਲੇ ਇਹਦੀ ਕੀ ਖਬਰ ਹੈ ਜੀ ਪੜੀ ਸਾਹਿਬ? ਇਹ ਖਬਰ ਹੈ ਜੀ ਪਿਛਲੇ ਕਰੀਬ 85-86 ਦਿਨਾਂ ਤੋਂ ਸਰਦਾਰ ਬਲਦੇਵ ਸਿੰਘ ਸਰਸਾ ਜਿਹੜੇ ਅਕਸਰ ਹੀ ਪੰਥਕ ਮੁੱਦਿਆਂ ਨੂੰ ਉਠਾਉਂਦੇ ਰਹਿੰਦੇ ਆ, ਕਿਸਾਨ ਅੰਦੋਲਨ ਜਿਹਨਾਂ ਬੜਾ ਵੱਡਾ ਯੋਗਦਾਨ ਸੀ। ਸ਼੍ਰੋਮਣੀ ਕਮੇਟੀ ਨੇ ਗਲਤ ਕਿਤਾਬਾਂ ਛਪਾਈਆਂ ਤੇ ਉਹ ਜੁਡੀਸ਼ੀਅਲ ਕਮਿਸ਼ਨ 'ਚ ਲੈ ਕੇ ਗਏ, ਹਾਈ ਕੋਰਟ ਲੈ ਕੇ ਗਏ ਤੇ ਹਾਈ ਕੋਰਟ ਕਹਿੰਦੇ ਨਹੀਂ, ਪਹਿਲਾਂ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਲੈ ਕੇ ਜਾਓ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਜਿੰਨੇ ਵੀ ਉੱਥੇ ਹੈਗੇ ਸੀ ਚੇਅਰਮੈਨ ਤੇ 2 ਮੈਂਬਰ, ਉਹ ਹਾਕਮ ਤੇ ਨਸਬੰਦਤ ਸੀਗੇ ਉਸ ਟਾਈਮ ਦੇ ਉੱਤੇ। ਉਹਨਾਂ ਕੋਈ ਫੈਸਲਾ ਲਿਆ, ਕਹਿਤਾ ਜੀ ਇਹਦੀ ਲੋੜ ਨਹੀਂ ਹੈਗੀ, ਉਹ ਕਿਤਾਬਾਂ ਵਾਪਸ ਲੈ ਲਈਆਂ ਗਈਆਂ ਨੇ। ਸਰਸਾ ਸਾਹਿਬ ਹਾਈ ਕੋਰਟ ਚਲੇ ਗਏ, ਹਾਈ ਕੋਰਟ ਕੇਸ ਹੈ ਜੀ ਉਹ ਵੀ ਪੈਂਡਿੰਗ ਸੁਪਰੀਮ ਕੋਰਟ ਦਾ। ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਦਾ
ਸ਼੍ਰੋਮਣੀ ਕਮੇਟੀ ਨੇ ਕੋਈ ਉੱਥੇ ਜਿਹੜੀ ਕੋਈ ਸਾਰੂ ਕਾਰਵਾਈ ਨਹੀਂ ਕੀਤੀ, ਸਿਰਫ ਇੰਨੀ ਗੱਲ ਕਹਿਤੀ ਵੀ ਕਿਤਾਬਾਂ ਵਾਪਸ ਲੈ ਲਈਆਂ। ਸਰਸਾ ਸਾਹਿਬ ਕਹਿੰਦੇ ਜੀ ਮੇਰੇ ਕੋਲ ਕਿਤਾਬਾਂ ਕਿੱਥੋਂ ਆ ਗਈਆਂ, ਤੁਸੀਂ ਵਾਪਸ ਲੈਣੀਆਂ। ਅੱਜ ਵੀ ਮਾਰਕੀਟ 'ਚ ਕਿਤਾਬਾਂ ਤੁਰੀਆਂ ਫਿਰਦੀਆਂ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਨੂੰ ਸਿੱਖ ਇਤਿਹਾਸ ਦੀ ਹਿੰਦੀ ਦੀ ਕਿਤਾਬ 'ਚ ਕਈ ਡਾਕੂ, ਚੋਰ, ਲਟੇਰੇ, ਦਾਸੀ ਪਿੱਟੂ ਜਿਵੇਂ ਬੜਾ ਕੁਛ ਕਿਹਾ। ਹੁਣ ਇੱਥੇ ਇਹਨਾਂ ਦੀ ਜਿਹੜੀ ਆ ਪੰਜਾਬ ਸਕੂਲ ਦੀ ਸਿੱਖਿਆ ਬੋਰਡ ਦੀ 12ਵੀਂ ਦੀ ਜਮਾਤ ਆ, ਉਹਦੀ ਇਤਿਹਾਸ ਦੀ ਕਿਤਾਬ, ਉਹਦੇ ਵਿੱਚ ਵੀ ਗਲਤੀਆਂ ਸੀਗੀਆਂ, ਹੋਰ ਵੀ ਕਿਤਾਬਾਂ 'ਚ ਗਲਤੀਆਂ ਸੀਗੀਆਂ। ਇਹਨਾਂ ਪਹਿਲਾਂ ਮੰਗ ਪੱਤਰ ਦਿੱਤੇ ਪਹਿਲੀ ਸਰਕਾਰ ਦੇ ਟਾਈਮ ਤੇ ਵੀ ਕੋਈ ਗੌਰ ਫਰਮਾਇਆ ਜਾਵੇ, ਕਿਸੇ ਵੀ ਗੌਰ ਨਹੀਂ ਫਰਮਾਇਆ। ਉਹਨਾਂ ਚੰਡੀਗੜ੍ਹ ਜਾ ਕੇ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਲਾਤਾ ਵੀ ਤੁਸੀਂ ਵੀ ਗੌਰ ਫਰਮਾਓ, ਤੁਹਾਡੇ ਬੂਹੇ ਅੱਗੇ ਬੈਠੇ ਅਸੀਂ। ਉਹਦੇ ਵਿੱਚ ਇੱਕ ਮਲਹੋਤਰਾ IPS ਅਫਸਰ ਆ, ਉਹਦੀ ਡਿਊਟੀ ਲੱਗੀ ਵੀ ਤੁਸੀਂ ਜਾਂਚ ਕਰੋ ਵੀ ਕੌਣ ਦੋਸ਼ੀ। ਕਿ ਬੋਰਡ ਸਿਰਫ ਇਹ ਕਿੰਨਾ ਸੀ ਆਪਣੇ ਕਲਰਕਾਂ ਦੇ ਖਿਲਾਫ ਹੀ ਕਾਰਵਾਈ ਕਰ ਦਿੰਦੇ, ਬਾਕੀ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕਰਨੀ। ਹੁਣ ਮਲਹੋਤਰਾ ਜਿਹੜਾ ਸੀ ਉਹਨੇ ਬਕਾਇਦਾ ਤੌਰ ਤੇ ਜਾਂਚ ਕੀਤੀ ਹੈ। ਜਾਂਚ ਕਰਨ ਤੋਂ ਬਾਅਦ IPS ਅਫਸਰ ਸੀਗਾ, ਉਹਨੇ ਇੰਨੀ ਗੱਲ ਕਹੀ ਮਾਡਰਨ ਪਬਲਿਕੇਸ਼ਨ ਦੇ ਮਾਲਕ ਹੈਗੇ ਆ ਜਿਹੜੇ ਹੈਗੇ ਨੇ ਮਨਜੀਤ ਸਿੰਘ ਸੋਢੀ, ਮਾਡਰਨ ਬੁੱਕ ਡੀਪੂ ਦੇ ਜਿਹੜੇ MBD ਦੇ ਮਹਿੰਦਰਪਾਲ ਕੌਰ, ਰਾਜ ਪਬਲਿਕ ਹਿਸਟਰੀ ਆ ਪੰਜਾਬ ਦੇ ਲੇਖਕ ਜਿਹੜੇ MM ਮਾਨਵਰਤ, ਇਹਨਾਂ ਖੁਦ ਜਿਹੜਾ ਧਾਰਮਿਕ ਭਾਵਨਾ ਭਟਕਾਉਣ ਦੇ ਦੋਸ਼ ਦੇ ਵਿੱਚ ਜਿਹੜੀ ਉਹ ਕਾਰਵਾਈ ਕੀਤੀ ਜਾਵੇ। ਇਮੀਡੀਏਟਲੀ ਮੁਕੱਦਮਾ ਦਰਜ ਕਰਨ ਦੇ ਕਿਹਾ ਗਿਆ ਵਾ, ਸਰਕਾਰ ਨੇ ਵੀ ਪ੍ਰਵਾਨਗੀ ਦੇ ਦਿੱਤੀ। ਹੁਣ ਮੁਕੱਦਮਾ ਕਦੋਂ ਦਰਜ ਹੁੰਦਾ ਇਹ ਨਹੀਂ ਪਤਾ। ਇਹਦੇ ਵਿੱਚ ਜਿਹੜੇ ਕੁਲਤਾਰ ਸਿੰਘ ਸੰਧਵਾ ਸਾਡੇ ਸਪੀਕਰ ਨੇ, ਚੇਅਰਮੈਨ ਨੇ ਸਾਡੇ ਵਿਧਾਨ ਸਭਾ ਦੇ, ਉਹ ਜਾ ਕੇ ਬਲਦੇਵ ਸਿੰਘ ਸੱਸਾ ਨੂੰ ਮਿਲੇ ਤੇ ਉਹਨਾਂ ਨੇ ਕਿਹਾ, ਉਹਨਾਂ ਨੇ ਭਰੋਸਾ ਦਿੱਤਾ ਵੀ ਬਿਲਕੁਲ ਕਸੂਰਵਾਰ ਵਿਅਕਤੀਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ। ਉਹਨਾਂ ਦੇ ਖਿਲਾਫ ਮਰਿਆਦਾ ਅਨੁਸਾਰ ਜੋ ਕਾਨੂੰਨ ਕਹਿੰਦਾ ਉਹ ਕਾਰਵਾਈ ਡਟ ਕੇ ਕੀਤੀ ਜਾਊਗੀ। ਉਹਨਾਂ ਕਿਹਾ ਜਿਹੜਾ ਸਿੱਖ ਇਤਿਹਾਸ ਉਹ ਤੋੜ ਮਰੋੜ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਆਗਿਆ ਕਿਸੇ ਸੂਰਤ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਉਮੀਦ ਆ ਕਿ ਹੋ ਸਗੋਂ ਆਸ ਹੋਰ ਵਧੀ ਸੰਧਵਾ ਸਾਹਿਬ ਆਪ ਚਲੇ ਗਏ ਤੇ ਬਾਕੀ ਕੀ ਰਹਿ ਗਿਆ ਜੀ। ਸਾਡਾ ਕਾਲਰ ਨੇ ਜੀ ਲਾਸਟ ਕਾਲ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਇਸ ਗੱਲਬਾਤ ਨੂੰ ਜੀ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਪੱਟੀ ਸਾਹਿਬ, ਦੂਜਾ ਸਵਾਲ ਮੇਰਾ ਇਹ ਹੈ, ਪਲੀਜ਼ ਕੁਇਕ ਰੱਖਿਓ ਜੀ ਅੰਕਲ ਜੀ, ਜੀ ਕੁਇਕ ਰੱਖਿਓ ਸਵਾਲ ਜੀ, ਗੋ ਹੈਡ। ਹਾਂ ਇੱਕੋ ਲਾਈਨ 'ਚ ਮੈਂ ਖਤਮ ਕਰ ਦੇਣਾ ਜੀ। ਕਿ ਦੇਖੋ ਆਪਣੇ ਜਿਹੜੇ ਬੰਦੀ ਸਿੱਖ ਨੇ ਜਿਹੜੇ ਸਿੱਖ ਕੌਮ ਵਾਸਤੇ ਲੜੇ ਨੇ ਜਾਂ ਉਹਨਾਂ ਵਾਸਤੇ ਸ਼ਹੀਦੀ ਦਿੱਤੀ ਹੈ ਜਾਂ ਅੰਦਰ ਨੇ ਜੇਲ੍ਹਾਂ 'ਚ, ਉਹ 25-30 ਸਾਲ ਤੋਂ ਉੱਤੇ ਹੋ ਗਏ, ਅਸੀਂ ਛੁਡਾ ਨਹੀਂ ਸਕੇ। ਪਰ ਜਦੋਂ ਆ ਇੱਕ ਕੋਈ ਕ੍ਰਾਈਮ ਪੇਸ਼ੇ ਵਾਲਾ ਬੰਦਾ ਕੋਈ ਇਹੋ ਜਿਹਾ ਕੰਮ ਕਰਦਾ, ਦੋ ਸਮੁਦਾਵਾਂ ਦੇ ਵਿੱਚ ਫਰਕ ਪਾਉਣ ਵਾਸਤੇ ਕਰਦਾ, ਪੰਜੋਲੀ ਸਾਹਿਬ ਜਾ ਕੇ ਉੱਥੇ ਕਹਿੰਦੇ ਮੇਰਾ ਕਸੂਰ ਨਹੀਂ, ਉਹਨਾਂ ਨੂੰ ਨਹੀਂ ਪਤਾ ਵੀ ਇਹ ਬੰਦਾ ਕਿਹੋ ਜਿਹਾ। ਸੋ SGPC ਕਿਉਂ ਗਲਤ ਸਾਈਡ ਤੇ ਜਾਂਦੀ ਹੈ ਭਾਈ? ਦੇਖੋ ਜਿਹੜੀ ਉਹਨਾਂ ਦੇ ਪੋਲੀਟੀਕਲ ਬਿਆਨ ਆ ਜੀ, ਆਪਾਂ ਪੋਲੀਟੀਕਲ ਕੋਈ ਉਹਨਾਂ ਦੀ ਕੋਈ ਹਾਮੀ ਨਹੀਂ ਭਰਦੇ। ਤੇ ਪਹਿਲਾਂ ਡਿਸਕਸ ਕਰ ਚੁੱਕੇ ਆ ਕਿ ਉੱਥੇ ਦੋਵੇਂ ਤਰ੍ਹਾਂ ਦੋਸ਼ੀ ਨੇ, ਦੋਵਾਂ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਹੈ। ਹੁਣ ਜਿਹੜਾ ਹਰੀਸ਼ ਸਿੰਗਲਾ ਸੀਗਾ ਉਹਨੂੰ ਕਿਸੇ ਸਿੱਖ ਤੇ ਨਹੀਂ ਕੁੱਟਿਆ, ਉਹਨੂੰ ਉਹਦੇ ਭਾਈਚਾਰੇ ਨੇ ਕੁੱਟਿਆ ਵੀ ਤੂੰ ਇੱਥੇ ਕਾਹਨੂੰ ਬੈਠਾ ਵੀ, ਤੂੰ ਇੱਥੇ ਮੋਰਚਾ ਕੋਲ ਆਇਆ, ਤੈਨੂੰ ਕਿਹਨੇ ਕਿਹਾ ਜਾ ਕੇ ਖਾਲਿਸਤਾਨ ਦੇ ਖਿਲਾਫ ਜਿਹੜੇ ਜਾ ਕੇ ਸੀ ਮਾਰਚ ਕੱਢ, ਕਿਸੇ ਨੇ ਕੁੱਟਿਆ ਉਹਨੂੰ, ਉਹਦੇ ਭਾਈਚਾਰੇ ਨੇ ਕੁੱਟਮਾਰ ਕੀਤੀ ਉਹਦੀ। ਚੰਗੀ ਗੱਲ ਆ, ਸਦ ਭਾਵਨਾ ਦੀ ਗੱਲ ਆ। ਸਾਂਝੀ ਭਾਵਨਾ ਤੇ ਸਾਂਝੀ ਵਾਲਤਾ ਸਾਡਾ ਪਹਿਲਾ ਸੰਦੇਸ਼ ਹੈ ਪੰਜਾਬ ਦੇ ਲੋਕਾਂ ਦਾ, ਉਹ ਬਣਾਈ ਰੱਖਣੀ ਬਹੁਤ ਜ਼ਰੂਰੀ ਆ। ਤੇ ਪਰਵਾਨਾ ਸਾਹਿਬ ਨੂੰ ਵੀ ਜਿਹੜਾ ਜਿਸ ਤਰੀਕੇ ਨਾਲ ਪਹਿਲਾਂ ਪਿੱਛੇ ਬੋਲ ਵੱਡੇ ਜਾ ਕੇ ਉਹਨਾਂ ਦਾ ਉਹ ਨਹੀਂ ਚਾਹੀਦਾ ਏਦਾਂ। ਇਹ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਸਿਆਣੀ ਗੱਲ ਕੀਤੀ ਜਾਵੇ। ਕਰਨੈਲ ਸਿੰਘ ਪੰਜੋਲੀ ਵਰਗੇ ਬੰਦੇ ਕੋਈ ਆਸ ਨਹੀਂ ਸੀ ਹੈਗੀ ਤੇ ਤੁਸੀਂ ਸਰਕਾਰ ਨੂੰ ਦੋਸ਼ੀ ਠਹਿਰਾ ਦਿਓ। ਜੇ ਕੋਈ ਬਿਲਕੁਲ ਕਸੂਰ ਨਹੀਂ ਹੈਗਾ ਤੇ ਆਪਾਂ ਇਹਨਾਂ ਸਹਿਮਤ ਨਹੀਂ, ਕਸੂਰ ਕਿਤੇ ਕਿਤੇ ਹੈਗਾ। ਹਾਂ, ਆਮ ਆਦਮੀ ਪਾਰਟੀ ਨੇ ਸਮੇਂ ਸਿਰ ਕਾਰਵਾਈ ਕੀਤੀ, ਉਹ ਸ਼ਲਾਘਾਯੋਗ ਜੀ। ਗਾਹ ਵੀ ਉਮੀਦ ਹੈ ਕਿ ਉਹ ਪ੍ਰੋਪਰ ਕਾਰਵਾਈ ਕਰਨਗੇ ਜੀ। ਸਵਾਲ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਪੰਜਾਬ ਸਰਕਾਰ ਨੇ ਜੀ 26,000 ਅਸਾਮੀਆਂ ਭਰਨ ਦਾ ਕੀਤਾ ਐਲਾਨ। ਪੱਟੀ ਸਾਹਿਬ ਚੰਦ ਮਿੰਟ ਰਹਿ ਗਏ ਨੇ, ਕੀ ਕਹਿਣਾ ਚਾਹੋਗੇ ਇਸ ਖਬਰ ਦੇ ਬਾਰੇ? ਦੇਖੋ ਜੀ, ਪੰਜਾਬ ਸਰਕਾਰ ਕਹਿੰਦੀ ਹੈ ਜੀ ਅਸੀਂ 26,454 ਅਸਾਮੀਆਂ ਭਰਾਂਗੇ। ਵੱਖ-ਵੱਖ ਮਹਿਕਮੇ, ਖੇਤੀਬਾੜੀ ਚਾਹੇਗੇ, ਆਬਕਾਰੀ ਮਹਿਕਮੇ ਚਾਹੇਗੇ, ਸਿੱਖਿਆ ਚਾਹੂਗਾ, ਸਿਹਤ ਚਾਹੂਗਾ, ਵੱਖ-ਵੱਖ ਚੰਗੀ ਗੱਲ ਹੈ ਜੀ। ਪਰ ਵੀਰੋ ਪਹਿਲਾਂ ਇਹ ਤੇ ਗੱਲ ਸੁਣ ਲਓ, ਜਿਹੜੇ ਮਾਨ ਸਾਹਿਬ ਤੁਹਾਡੇ ਬੂਹੇ ਦੇ ਅੱਗੇ ਬੇਰੁਜ਼ਗਾਰ ਅਧਿਆਪਕ ਬੈਠੇ ਉਹਨਾਂ ਨੇ ਕੀ ਕਰ ਰਹੇ ਹੋ? 43 ਦਿਨਾਂ ਦੇ ਵਿੱਚ ਸਿੱਖਿਆ ਮੰਤਰੀ ਦੇ ਬੂਹੇ ਅੱਗੇ 3 ਵਾਰੀ ਧਰਨੇ ਲੱਗ ਚੁੱਕੇ ਨੇ। ਤੇ ਜਿਹੜਾ ਕੰਮ ਇਹ ਰੋਜ਼ ਕਹਿੰਦੇ ਸੀ ਕਿ ਅਧਿਆਪਕਾਂ ਦੀ ਕੁੱਟਮਾਰ ਕੀਤੀ ਜਾਂਦੀ ਆ, ਸਾਡੀ ਸਰਕਾਰ ਹੋਊਗੀ ਕੋਈ ਟੈਂਕੀ ਨਹੀਂ ਚੜੇਗਾ, ਕੋਈ ਧਰਨਾ ਨਹੀਂ ਦੇਵੇਗਾ, ਕੋਈ ਮੁਜ਼ਾਹਰਾ ਨਹੀਂ ਕਰੇਗਾ।
ਤੇ ਉਹ ਵੀ ਕੰਮ ਕਰਕੇ ਵਿਖਦਾ। ਉਸੇ ਹੀ ਪੁਲਿਸ ਨੇ, ਉਸੇ ਸਰਕਾਰ ਵਾਲੀ ਨਵੀਂ ਬਣੀ ਜਿਹੜੀ ਕਹਿੰਦੀ ਸੀ ਗੱਲ, ਉਸੇ ਸਰਕਾਰ ਨੇ ਜਿਹੜੇ ਸੀ ਉਹਨਾਂ ਬੇਰੁਜ਼ਗਾਰ ਟੀਚਰ ਨੇ ਧੂਰੇ ਸੇਕ ਕੇ ਗੱਲ ਡਾਂਗਾ ਮਾਰੀਆਂ ਉਹਨਾਂ ਨੂੰ ਜੀ, ਭਜਾਇਆ ਉੱਥੋਂ ਉਹਨਾਂ ਨੂੰ। ਇਸ ਕਰਕੇ ਮੇਰਾ ਕਹਿਣ ਤੋਂ ਬਾਅਦ ਤੁਸੀਂ ਸਾਮੀਆਂ ਭਰੋ, ਜੀ ਸਦਕੇ ਭਰੋ। ਤੁਸੀਂ ਕਿਹਾ ਜਲਦੀ ਸਮੇਂ ਭਰਾਂਗੇ, ਇਹਦੇ ਵਿੱਚ ਥੋੜੀ ਜਿਹੀ ਆਪਾਂ ਲੰਮੀ ਗੱਲ ਕਰਾਂਗੇ ਜੀ। ਸਾਡੀ ਸ਼ਾਮ ਹੋ ਜਾਣੀ ਹੈ ਤੇ ਤੁਹਾਡੀ ਸਵੇਰ ਹੋ ਜਾਣੀ ਹੈ। ਆਪਾਂ ਦੱਸਾਂਗੇ ਕਿਹੜੇ 5 ਕੰਮ ਇਹਨਾਂ ਕੀਤੇ ਤੇ ਕਿਹੜੇ 2 ਰਹਿ ਗਏ ਜਿਹੜੇ ਬਹੁਤ ਇੰਪੋਰਟੈਂਟ ਸੀ। ਠੀਕ ਜੀ ਭੱਟੀ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਕੱਲ ਭਾਊ ਜੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ, ਸੋ ਤੁਸੀਂ ਬੈਕ ਟੂ ਨੋਰਮਲ ਸਕੈਜੂਲ ਦੇ ਉੱਤੇ ਜਾ ਰਹੇ ਹੋ। ਐਂਡ ਜਿੰਨਾ ਵੀ ਸਫ਼ਰ ਸੀ ਸਾਡਾ, ਮੇਰੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਕੋਸ਼ਿਸ਼ ਕੀਤੀ ਕਿ ਅਪ ਟੂ ਦਾ ਲੈਵਲ ਮਾਰਕ ਰਿਹਾ ਜਾਵੇ ਜੀ। ਸੋ ਕੱਲ ਬੈਕ ਟੂ ਨੋਰਮਲ ਸ਼ੋ ਹੋਵੇਗਾ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਥੈਂਕ ਯੂ ਸੋ ਮਚ। ਹੈਵ ਅ ਵੰਡਰਫੁਲ ਮਾਰਨਿੰਗ ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।